ਅੱਖਾਂ ਦੀ ਲਾਲੀ ਦੱਸਦੀ ਹੈ ਕਿੰਜ ਰਾਤ ਹਨੇਰੀ ਬੀਤੀ ਹੈ, ਕਿੰਜ ਘੇਰਿਆਂ ਆਣ ਮੁਸੀਬਤਾਂ ਸੀ। ਕੀ ਦੱਸਾਂ ਕੀ ਬੀਤੀ ਹੈ। ਨਾ ਤੱਕ ਕੇ ਮਹਿਲ ਮੁਨਾਰਿਆਂ ਨੂੰ, ਇਹ ਕਹਿ ਦਿਓ ਕਿਸਮਤ ਚੰਗੀ ਸੀ। ਹੱਥਾਂ ਦੇ ਛਾਲੇ ਦੱਸਦੇ ਨੇ ਮੈਂ ਕਿੰਨੀ ਮਿਹਨਤ ਕੀਤੀ ਹੈ, ਮੈਂ ਕਿੰਨੀ ਮਿਹਨਤ ਕੀਤੀ ਹੈ। ਦੋਸਤੋ, ਪੇਂਡੂ ਆਸਟ੍ਰੇਲੀਆ ਦਾ ਅੱਜ ਦਾ ਇਹ ਐਪੀਸੋਡ ਇੱਕ ਖਾਸ ਐਪੀਸੋਡ ਹੈ। ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸਰਦਾਰ ਅਮੋਲਕ ਸਿੰਘ ਹੋਰਾਂ ਨਾਲ। ਪੰਜਾਬ ਦੇ ਪਿੰਡ ਗੁਣਾਚਾਰ ਤੋਂ ਚੱਲ ਕੇ ਅਮਰੀਕਾ ਦੇ ਸ਼ਹਿਰ ਫਰੈਜ਼ਨੋ ਦੇ ਵਿੱਚ ਅੱਜ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਪਰ ਇਸ ਦੇ ਪਿੱਛੇ ਦੀ ਕੀ ਸੀ ਸੰਘਰਸ਼ ਦੀ ਕਹਾਣੀ, ਉਹ ਅੱਜ ਅਸੀਂ ਉਹਨਾਂ ਤੋਂ ਹੀ ਪੁੱਛਾਂਗੇ। ਸੋ ਜੁੜੇ ਰਹਿਣਾ ਇਸ ਭਾਗ ਦੇ ਅੰਤ ਤੱਕ। ਪੇਂਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਜਿੱਥੋਂ ਵੀ ਜੁੜੇ ਹੋ ਚੜ੍ਹਦੀ ਕਲਾ 'ਚ ਹੋਵੋਗੇ। ਚਲੋ ਚੜ੍ਹਦੀ ਕਲਾ ਦੀ ਅਰਦਾਸ ਨਾਲ ਅੱਜ ਦਾ ਪ੍ਰੋਗਰਾਮ ਆਪਾਂ ਫੇਰ ਸ਼ੁਰੂ ਕਰਦੇ ਹਾਂ। ਅੱਜ ਇਸ ਖਾਸ ਮੁਲਾਕਾਤ ਦੇ ਵਿੱਚ ਇਸ ਟਾਈਮ ਅਸੀਂ ਬੈਠੇ ਹਾਂ ਫਰੈਜ਼ਨੋ ਦੇ ਵਿੱਚ। ਫਰੈਜ਼ਨੋ ਦੇ ਵਿੱਚ ਤੁਸੀਂ ਜਿਵੇਂ ਦੇਖ ਸਕਦੇ ਹੋ ਬੜਾ ਖੂਬਸੂਰਤ ਰੈਣ ਬਸੇਰਾ ਬਣਾਇਆ ਹੋਇਆ ਸਰਦਾਰ ਅਮੋਲਕ ਸਿੰਘ ਹੋਰਾਂ ਨੇ। ਅਤੇ ਇਹਨਾਂ ਦੀ ਜਿਹੜਾ ਜ਼ਿੰਦਗੀ ਦਾ ਸਫ਼ਰ, ਜਾਂ ਇਹ ਕਹਿ ਲਈਏ ਵੀ ਇਹ ਰੈਣ ਬਸੇਰਾ ਕੋਈ ਇੱਕ ਦਿਨ 'ਚ ਬਣਿਆ ਹੋਇਆ ਰੈਣ ਬਸੇਰਾ ਨਹੀਂ, ਇਹਦੇ ਪਿੱਛੇ ਦੀਆਂ ਘਾਲਨਾਵਾਂ ਬਹੁਤ ਕੁਛ ਆ। ਆਮ ਤੌਰ 'ਤੇ ਜਦੋਂ ਅਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਹਾਂ ਤਾਂ ਗੱਲਾਂ ਵਾਲੇ ਕਹਿ ਦਿੰਦੇ ਆ ਜੀ ਪੈਰੇਠ ਵਟੇਰਾ ਆ ਗਿਆ, ਸ਼ੋਅ ਆਫ ਆ, ਇਹ ਆ ਵੋ ਆ। ਪਰ ਮੈਂ ਤਾਂ ਅਕਸਰ ਕਹਿਣਾ ਹੁੰਦਾ ਵੀ ਹੱਥਾਂ ਦੀਆਂ ਭੌਰੀਆਂ ਦੇਖ ਲਿਆ ਕਰੋ ਉਸ ਤੋਂ ਪਹਿਲਾਂ, ਅਤੇ ਅੱਖਾਂ ਦੀ ਨੀਂਦ ਗਵਾਈ ਦੇਖ ਲਿਆ ਕਰੋ। ਉਹ ਚੀਜ਼ਾਂ ਨੂੰ ਜੇ ਵੀ ਉਹ ਪੱਖ ਵੀ ਹੁੰਦਾ ਇੱਕ ਇਸ ਸਾਰੇ ਜਿਹੜੀਆਂ ਵੱਡੀਆਂ ਪ੍ਰਾਪਤੀਆਂ ਦੇ ਪਿੱਛੇ। ਸੋ ਬਹੁਤ ਵਧੀਆ ਪ੍ਰਾਪਤੀਆਂ ਕੀਤੀਆਂ ਹੋਈਆਂ ਬਾਈ ਜੀ ਹੋਰਾਂ ਨੇ, ਅਤੇ ਆਪਾਂ ਉਹਨਾਂ ਦੇ ਜੀਵਨ 'ਤੇ ਛੋਟੀ ਜਿਹੀ ਝਾਤ 'ਤੇ ਕਿੰਨਾ ਕੁ ਔਖਾ ਰਿਹਾ ਸਫ਼ਰ, ਅਤੇ ਜਿਹੜੇ ਇਹਨਾਂ ਨੇ ਕਹਿੰਦੇ ਨਹੀਂ ਹੁੰਦੇ, ਮੈਂ ਤਾਂ ਇਹ ਕਹਿਣਾ ਵੀ ਆਪਦੇ ਸ਼ੌਂਕ ਪੂਰੇ ਆ ਇੱਥੇ। ਬਹੁਤ ਸੋਹਣਾ ਦੇਖੇ ਤੋਂ ਪਤਾ ਲੱਗਦਾ ਵੀ ਕਿੰਨਾ ਸੋਹਣਾ ਇਹਨਾਂ ਨੇ ਆਪਣਾ ਘਰ ਬਣਾਇਆ, ਅਤੇ ਖਾਸ ਕਰਕੇ ਥੋੜ੍ਹੀ ਜਿਹੀ ਜਿਹੜੀ ਝਲਕ ਆ ਘਰ ਦੀ ਉਹ ਇੰਡੀਆ ਦਾ ਕਲਚਰ ਦਿੰਦੀ ਆ, ਨਾ ਕਿ ਜਿਹੜਾ ਆਸਟ੍ਰੇਲੀਅਨ ਅਮੈਰੀਕਨ ਜਾਂ ਉਹਨਾਂ ਘਰਾਂ ਵਰਗਾ ਘਰ ਨਹੀਂ ਹੈ। ਸੋ ਹਿੰਦੁਸਤਾਨੀ ਜਿਹੜੀ ਝਲਕਾਂ ਇੱਥੇ ਆਉਂਦੀਆਂ, ਸਾਡੀਆਂ ਪੰਜਾਬ ਦੀਆਂ ਝਲਕਾਂ ਆਉਂਦੀਆਂ। ਸੋ ਆਪਾਂ ਆਓ ਸਵਾਗਤ ਕਰਦੇ ਹਾਂ ਸਰਦਾਰ ਅਮੋਲਕ ਸਿੰਘ ਹੋਰਾਂ ਦਾ, ਅਤੇ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ। ਸੋ ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਸਵਾਗਤ ਹੈ ਤੁਹਾਡਾ ਪੇਂਡੂ ਆਸਟ੍ਰੇਲੀਆ ਚੈਨਲ। ਸਤਿ ਸ਼੍ਰੀ ਅਕਾਲ ਵੀਰ ਜੀ, ਥੈਂਕ ਯੂ। ਤੁਸੀਂ ਬੜੀ ਦੂਰੋਂ ਚੱਲ ਕੇ ਆਏ ਆ, ਮਿਹਰਬਾਨੀ। ਸੋ ਇਹ ਦੂਰੋਂ ਤਾਂ ਕਹਿੰਦੇ ਨੇ ਦਿਲਾਂ ਦੇ ਰਾਹ ਹੁੰਦੇ ਆ, ਅਤੇ ਜਦੋਂ ਸਾਡੀ ਆਪਣੀ ਇੱਕ ਸੋਚ ਦੇ ਬੰਦੇ ਮਿਲਦੇ ਆ ਜਿਨ੍ਹਾਂ ਨੇ ਕੁਛ ਨਾ ਕੁਛ ਚੰਗਾ ਕੀਤਾ, ਸਿਰਜਿਆ, ਤਾਂ ਉਹਨਾਂ ਕੋਲੇ ਬੰਦਾ ਚੱਲ ਹੀ ਆਉਂਦਾ। ਸੋ ਚਲੋ ਅਸੀਂ ਇਸ ਦੌਰੇ ਦੇ ਜਿਹੜੇ ਅੰਤਿਮ ਪੜਾਅ 'ਚ, ਅਤੇ ਜਾਂਦੇ ਅਸੀਂ ਸੋਚਿਆ ਵੀ ਬਾਈ ਜੀ ਹੋਰਾਂ ਨੂੰ ਵੀ ਜ਼ਰੂਰ ਮਿਲ ਕੇ ਜਾਈਏ, ਕਿਉਂਕਿ ਸਾਨੂੰ ਬੜਾ ਵਧੀਆ ਲੱਗਿਆ। ਪਿੱਛੇ ਜੇ ਤੁਹਾਡੀ ਅਖਬਾਰ 'ਚ ਵੀ ਪੜ੍ਹੀ, ਹੋਰ ਵੀ ਜੁੜੇ ਆ। ਅਤੇ ਤੁਸੀਂ ਆਪਣਾ ਪਹਿਲਾਂ ਪਿਛੋਕੜ ਤੋਂ ਹੀ ਜੇ ਆਪਾਂ ਸ਼ੁਰੂ ਕਰੀਏ ਪਿੰਡ। ਉਹ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਜੀ, ਮੈਂ ਬੜਾ ਕਰਮ ਵਾਲਾ ਜੀ। ਬਈ ਅਸ਼ੋਕ ਭੌਰਾ ਸਾਡੇ ਵੱਡੇ ਵੀਰ ਹੈ, ਸਾਡੇ ਏਰੀਆ ਦੀ ਜੀ ਜਾਣੀ ਪਛਾਣੀ ਹਸਤੀ ਹੈ ਜੀ। ਉਹਨਾਂ ਨੇ ਵੀ ਮੈਨੂੰ ਕੰਟੈਕਟ ਕੀਤਾ, ਜੀ। ਅਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਿਆ। ਜੀ। ਅਤੇ ਉਸ ਤੋਂ ਬਾਅਦ ਤੁਸੀਂ ਆਏ ਆ, ਜੀ। ਮਿਹਰਬਾਨੀ ਆ। ਕਈ ਵਾਰੀ ਇਹ ਮਾਨ ਸਨਮਾਨ ਸੱਦੇ ਪੱਤਰ ਭੇਜ ਕੇ ਲੈਣੇ ਪੈਂਦੇ ਆ। ਇਸ ਘਰ 'ਚ ਤੁਹਾਨੂੰ ਹਮੇਸ਼ਾ ਜੀ ਆਇਆ ਜਦੋਂ ਵੀ ਆਓ, ਜੀ। ਪਰ ਜਿਹੜਾ ਤੁਸੀਂ ਆਪ ਚੱਲ ਕੇ ਆਏ ਉਹਦੇ ਵਾਸਤੇ ਬਹੁਤ ਧੰਨਵਾਦ ਹੈ। ਜੀ। ਗੱਲ ਦੱਸਾਂ ਮੈਂ ਆਪਣੇ ਪਿਛੋਕੜ ਦੀ, ਸਾਡਾ ਪਿੰਡ ਨਵਾਂ ਸ਼ਹਿਰ ਜ਼ਿਲ੍ਹਾ ਬਣ ਗਿਆ ਜੀ ਹੁਣ, ਸ਼ਹੀਦ ਭਗਤ ਸਿੰਘ ਨਗਰ ਵੀ ਕਹਿ ਦਿੰਦੇ ਉਹਨੂੰ। ਜੀ। ਜਦੋਂ ਮੈਂ ਆਇਆ ਉਦੋਂ ਜਲੰਧਰ ਜ਼ਿਲ੍ਹਾ ਹੀ ਸੀਗਾ, ਨਵਾਂ ਸ਼ਹਿਰ ਤਹਿਸੀਲ ਸੀ। ਜੀ। ਗੁਣਾਚੌਰ ਪਿੰਡ ਹੈ ਜੀ। ਜੀ। ਉਹਦੇ ਕਰਕੇ ਵੀ ਆ ਵੀ ਸਾਡੇ ਪਿੰਡ ਦੇ ਜਸਵੀਰ ਗੁਣਾਚੌਰੀ ਆ। ਹਾਂਜੀ, ਵਧੀਆ ਹਾਕੀ ਦੇ ਪਲੇਅਰ ਜੇ ਕਹਿ ਦਈਏ, ਸੁਰਿੰਦਰ ਸੋਢੀ ਹੁਣੀ ਓਲੰਪੀਅਨ ਆ, ਉਹ ਵੀ ਸਾਡੇ ਪਿੰਡ ਹੀ ਰਹੇ ਆ। ਮਾਸੀ ਜੀ ਸੀ ਉੱਥੇ ਗੁਣਾਚੌਰੇ ਰਹੇ ਆ ਉਹ, ਅਤੇ ਉਹਦੇ ਕਰਕੇ ਜਾਣਿਆ ਪਛਾਣਿਆ ਪਿੰਡ ਹੈ। ਅਤੇ ਜਦੋਂ ਵੀ ਦੱਸਦਾ ਅਤੇ ਉਹ ਪਿੰਡ ਦਾ ਪੁੱਛ ਲੈਂਦੇ ਆ ਵੀ ਖਾਸ ਗੁਣਾਚੌਰ ਹੀ ਆ। ਸੋ ਖਾਸ ਗੁਣਾਚੌਰ ਹੈ ਜੀ। ਮੈਂ 95 ਦੇ ਵਿੱਚ ਪਿੰਡੋਂ ਤੁਰਿਆ ਸੀ ਜੀ, ਅਤੇ 96 ਦੇ ਵਿੱਚ ਮੈਂ ਅਮਰੀਕਾ 'ਚ ਪਹੁੰਚ ਗਿਆ। ਅਤੇ ਸਟਰਗਲ ਤਾਂ ਜਿੱਦਾਂ ਸਾਲ ਲੱਗ ਗਿਆ ਇੱਥੇ ਆਉਂਦਾ। ਹਾਂਜੀ, ਸਾਲ ਲੱਗ ਗਿਆ ਜੀ। ਸੋ ਅੰਡਰਸਟੂਡ ਹੀ ਆ, ਕਾਫੀ ਔਖਾ ਪਹੁੰਚੇ। ਹਾਂਜੀ। ਉਹ ਸਫ਼ਰ ਤਾਂ ਆਪਾਂ ਦੇਖਿਆ, ਜਿੱਦਾਂ ਹੁਣ ਜਿਹੜੀ ਮੂਵੀ ਵੀ ਆਈ ਆ, ਆ ਜਾ ਮੈਕਸੀਕੋ ਚਲੀਏ, ਅਤੇ ਡੌਂਕੀਆਂ ਵਾਲਾ ਤੁਸੀਂ ਸਫ਼ਰ ਉਹਦੇ 'ਚ ਦੇਖ ਲਿਆ। ਉਹਦੇ ਵਿੱਚ ਜਦੋਂ ਮੂਵੀ ਜਦੋਂ ਖਤਮ ਹੁੰਦੀ ਹੈ, ਅਤੇ ਉਹਦੇ ਵਿੱਚ ਇੱਕ ਲਿਖਿਆ ਆਉਂਦਾ ਸਕਰੀਨ ਦੇ ਉੱਤੇ ਵੀ ਹਜੇ ਸਫ਼ਰ ਜਿਹੜਾ ਉਹ ਮੁੱਕਿਆ ਨਹੀਂ, ਹਜੇ ਇਹਦੀ ਸ਼ੁਰੂਆਤ ਹੋਈ ਹੈ। ਸੋ ਉਹ ਜਿਹੜੀ ਸ਼ੁਰੂਆਤ ਸੀ ਜੀ 27ਵੇਂ ਸਾਲ ਦੇ ਵਿੱਚ ਹੈ,
ਹੂੰ ਤੇ ਮੈਂ ਇਹ ਕਹਿ ਸਕਦਾ ਵੀ ਹਜੇ ਉਹ ਇੱਕ ਸਟਰਗਲ ਮੇਰੀ ਚੱਲੀ ਜਾਂਦੀ ਆ ਹੂੰ ਵੀ ਕਦੇ ਸਿਟੀਜ਼ਨ ਹੋਵਾਂਗੇ ਤੇ ਆਪਣੇ ਪਿੰਡ ਨੂੰ ਫੇਰ ਵਾਪਸ ਜਾ ਕੇ ਦੇਖਾਂਗੇ। ਹੂੰ ਸੋ 27 ਸਾਲ ਇਦਾਂ ਲਗਾਤਾਰ ਜਿਹੜਾ ਉਹ ਕੰਮ ਕਰ ਆਪਣਾ ਕਰੀ ਜਾਂਦੇ ਆ। ਹੂੰ ਦੁੱਖਾਂ ਦੇ ਸੁੱਖਾਂ ਦੇ ਵਿੱਚ ਜਦੋਂ ਜ਼ਿੰਦਗੀ ਲੰਘਦੀ ਆ, ਹੂੰ ਹਰੇਕ ਹੀ ਦੁੱਖ ਜਿਹੜਾ ਆ ਉਹ ਇੱਕ ਅੱਧਾ ਸੁੱਖ ਆਪਣੇ ਪਿੱਛੇ ਛੱਡ ਕੇ ਜਾਂਦਾ ਜੀ। ਹੂੰ 27 ਸਾਲ ਪੇਪਰ ਨਾ ਬਣਨ ਦਾ ਜੀ ਹੂੰ ਆਹ ਰਿਜ਼ਲਟ ਆ ਹੂੰ ਜਿਹੜਾ ਆਪਾਂ ਇਸ ਘਰ ਦੇ ਵਿੱਚ ਬੈਠੇ ਆ। ਹੂੰ ਜੇਕਰ ਮੇਰੇ ਪੇਪਰ ਬਣ ਜਾਂਦੇ ਹੂੰ ਤੇ 2-4 ਸਾਲਾਂ ਬਾਅਦ ਮੈਂ ਵੀ ਜਾ ਕੇ ਪੰਜਾਬ 'ਚ ਵਿਆਹ ਕਰਾਉਣਾ ਸੀ ਹੂੰ ਗ੍ਰੀਨ ਕਾਰਡ ਦੇ ਉੱਤੇ, ਤੇ ਮੇਰਾ ਹਰੇਕ ਬਰੇ ਛਮਾਹੀ ਗੇੜਾ ਰਹਿਣਾ ਸੀਗਾ। ਹੂੰ ਸੋ ਜਿਹੜੀ ਮੇਰੀ ਕਮਾਈ ਸੀਗੀ ਉਹਨਾਂ ਖਰਚਿਆਂ ਦੇ ਵਿੱਚ ਹੀ ਜਿਹੜਾ ਆਉਣ ਜਾਣ ਦਾ ਹੋਣਾ ਸੀ ਉੱਥੇ ਲੱਗ ਜਾਣੀ ਸੀ। ਹੂੰ ਸੋ ਜਿੱਥੇ ਪ੍ਰਮਾਤਮਾ ਨੇ ਕਹਿ ਲਓ ਬੰਨ੍ਹ ਕੇ ਮੇਰੇ ਕੋਲੋਂ ਕਿਰਤ ਕਰਾਈ ਆ, ਹੂੰ ਫਿਰ ਜਿਹੜਾ ਵੀ ਕੋਈ ਕੱਚਾ ਬੰਦਾ ਜਿੰਨਾ ਚਿਰ ਉਹਦੇ ਕੋਲ ਪੇਪਰ ਹੈ ਨਹੀਂਗੇ ਉਹ ਦੂਸਰੇ ਬੰਦੇ ਨਾਲੋਂ ਕਿਰਤ ਵੀ ਜ਼ਿਆਦਾ ਕਰਦਾ, ਹੂੰ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਵੀ ਮੇਰਾ ਰੇਣ ਬਸੇਰਾ ਬਣਨਾ ਕਿੱਥੇ ਆ। ਕਿੱਥੇ ਬਣਨਾ। ਕਿਉਂਕਿ ਇਹਨਾਂ ਕੰਟਰੀਆਂ ਦਾ ਨਹੀਂ ਪਤਾ ਕਦੋਂ ਤੁਹਾਨੂੰ ਇਹਨਾਂ ਨੇ ਡਿਪੋਰਟ ਵੀ ਕਰ ਦੇਣਾ। ਹੂੰ ਫਿਰ ਆਪਾਂ ਸੋਚਦੇ ਹਾਂ ਆਪਣੇ ਕੋਲ 4 ਪੈਸੇ ਹੋਣ ਜੇ ਵਾਪਸ ਪਿੰਡ ਜਾਈਏ ਤੇ ਜਾ ਕੇ ਆਪਣਾ ਕੋਈ ਕਾਰੋਬਾਰ ਜਿਹੜਾ ਉੱਥੇ ਉਹ ਖੜਾ ਕਰ ਸਕੀਏ, ਹੂੰ ਚੰਗੀ ਜ਼ਿੰਦਗੀ ਸਾਡੀ ਉੱਥੇ ਵੀ ਹੋਵੇ। ਹੂੰ ਸੋ ਉਹਦੇ ਕਰਕੇ ਕਿਰਤ ਵੀ ਥੋੜੀ ਜਿਹੀ ਵੱਧ ਕਰਨੀ ਪਈ ਤੇ ਹੁਣ ਕੁਛ ਚਿਰ ਪਹਿਲਾਂ ਚਲੋ ਗ੍ਰੀਨ ਕਾਰਡ ਆ ਗਿਆ, ਹੁਣ ਪਿੰਡ ਜਾਵਾਂਗੇ ਜੀ। ਹੂੰ ਹਜੇ ਫਿਰ ਕੋਸ਼ਿਸ਼ ਕੀਤੀ ਆ ਵੀ ਕੁਛ ਪਿੰਡ ਦੀਆਂ ਝਲਕਾਂ ਜਿਹੜੀਆਂ ਉਹ ਘਰ ਦੇ ਵਿੱਚੋਂ ਪੈਣ, ਜਿਹੜੀ ਆਪਾਂ ਸੁਪਨੇ ਦੇਖਦੇ ਹੁੰਦੇ ਆਪਣੇ ਪਿੰਡ ਦੇ ਆਪਣੇ ਘਰ ਦੇ, ਉਹ ਥੋੜਾ ਜਿਹਾ ਉਹਨੂੰ ਹਕੀਕੀ ਰੂਪ ਦੇਣ ਦੀ ਟਰਾਈ ਕੀਤੀ ਆ। ਤਾਂ ਕਰਕੇ ਤੁਸੀਂ ਜਿੱਦਾਂ ਕਿਹਾ ਵੀ ਪੰਜਾਬ ਦੀ ਝਲਕ ਪੈਂਦੀ ਆ। ਵੱਡਾ ਕਾਰਨ ਇਹ ਹੈ ਜੀ ਮੇਰੇ ਤੋਂ ਪੰਜਾਬ ਜਾ ਨਹੀਂ ਹੋਇਆ, ਸੋ ਮੇਰੀ ਕੋਸ਼ਿਸ਼ ਹੁੰਦੀ ਆ ਪੰਜਾਬ ਨੂੰ ਇੱਥੇ ਘਰ ਦੇ ਵਿੱਚ ਹੀ ਆਪਣੇ ਜਿਹੜਾ ਉਹ ਦੇਖ ਲਿਆ ਜਾਵੇ। 27 ਸਾਲ ਛੋਟਾ ਸਫ਼ਰ ਨਹੀਂ ਹੁੰਦਾ ਜੀ ਤੁਹਾਨੂੰ। ਜੇ ਆਪਾਂ ਮੇਰੇ ਯੁਵਰਾਜ ਬਰਾੜ ਹੋਰਾਂ ਦਾ ਗਾਣਾ ਚੇਤੇ ਆ ਰਿਹਾ, ਜਿਹੜਾ ਗ੍ਰੀਨ ਕਾਰਡ ਉਹਨਾਂ ਨੇ ਬਹੁਤ ਹੀ ਫੇਮਸ ਹੋਇਆ ਸੀ ਉਹਨਾਂ ਦਾ ਗਾਣਾ ਵੀ, ਲੰਘ ਗਈ ਸਾਰੀ ਉਮਰ ਅਮਰੀਕਾ 'ਚ ਗ੍ਰੀਨ ਕਾਰਡ। ਇੰਨਾ ਸਮਾਂ ਅਮਰੀਕਾ ਹਰ ਇੱਕ ਨਾਲ ਹੀ ਲਾਉਂਦਾ ਜਾਂ ਤੁਹਾਡੇ ਨਾਲ ਹੀ ਹੋਈ? ਨਹੀਂ ਜੀ, ਇਹ ਹਰ ਇੱਕ ਦੇ ਨਾਲ ਨਹੀਂ, ਇਹ ਬਸ ਮੈਂ ਉਹੀ ਗੱਲ ਕਹਿੰਦਾ ਵੀ ਜਿਵੇਂ ਜਿਵੇਂ ਦੇ ਸਬੱਬ ਬਣੀ ਜਾਂਦੇ ਆ। ਕਈਆਂ ਵੀਰਾਂ ਦੇ 6 ਮਹੀਨਿਆਂ 'ਚ ਵੀ ਪੇਪਰ ਬਣ ਗਿਆ, ਜਿਹੜੇ ਸਾਡੇ ਨਾਲ ਦੇ ਆਏ ਸੀ ਉਹ ਚਿਰ ਹੋ ਗਿਆ ਉਹਨਾਂ ਨੂੰ ਸਿਟੀਜ਼ਨ ਹੋਇਆਂ ਨੂੰ। ਜਿਹੜੇ ਅਸਾਲਮ ਦੇ ਕੇਸ ਇੱਦਾਂ ਹੀ ਆ ਜੀ, ਜੇ ਹੋ ਜਾਣ ਤਾਂ ਭਾਵੇਂ 6 ਮਹੀਨਿਆਂ 'ਚ ਹੋ ਜਾਣ, ਜੇ ਨਾ ਹੋਣ ਤੇ ਇੱਥੇ ਤੁਸੀਂ ਇਹੀ ਫਿਰ ਕਹਿ ਸਕਦੇ ਆ ਤੁਹਾਡੀ ਕਿਸਮਤ ਹੈ ਜੀ। ਕਿਸਮਤ ਹਾਂ, ਜਾਂ ਹੁਣ ਤਾਂ ਕਈ ਸਾਡੇ ਨਾਲ ਦੇ ਹੁਣ ਵੀਰ ਜਿਹੜੇ ਆ ਉਹ ਡਿਪੋਰਟ ਵੀ ਹੋ ਗਏ। ਅਸੀਂ ਫਿਰ ਵੀ ਆਪਣੇ ਆਪ ਨੂੰ ਕਰਮ ਵਾਲੇ ਸਮਝਦੇ ਆ ਵੀ ਘੱਟੋ ਘੱਟ ਚਲੋ ਇੰਨੇ ਸਾਲਾਂ ਬਾਅਦ ਬਣਤਾ ਗਿਆ ਆ। ਜਿਹੜਾ ਉਹ ਸਾਲ ਸੀ 95 ਤੋਂ 96 ਵਾਲਾ, ਕਿੰਨੇ ਕੁ ਤਸੀਹੇ ਕਿੱਥੋਂ ਕਿੱਥੋਂ ਦੀ ਕੋਈ ਥੋੜਾ ਜਿਹਾ ਸ਼ੇਅਰ ਕਰਿਓ। ਦੇਖੋ ਜੀ, ਉਹਨਾਂ ਨੂੰ ਮੈਂ ਹੁਣ ਤਸੀਹੇ ਨਹੀਂ ਮੰਨਦਾ, ਕਿਉਂਕਿ ਮੈਨੂੰ ਲੱਗਦਾ ਵੀ ਜੇ ਉਹ ਨਾ ਦੇਖਿਆ ਹੁੰਦਾ ਮੈਂ ਸਾਰਾ ਕੁਝ ਹੀ, ਹੋ ਸਕਦਾ ਮੈਂ ਅੱਜ ਇਹਨਾਂ ਚੀਜ਼ਾਂ ਦੇ ਕਾਬਲ ਨਾ ਹੁੰਦਾ ਜੀ। ਜਿਵੇਂ ਮੈਂ ਦੇਖਦਾ ਹਾਂ ਕਿ ਬਹੁਤ ਜਾਣੇ ਜਿਹੜੇ ਆ ਉਹ ਆਪਣੇ ਲਿਫਾਫਿਆਂ 'ਚ ਪੈ ਕੇ, ਜਿਹੜੇ ਮੈਂ ਇਹ ਲਫ਼ਜ਼ ਤਾਂ ਵਰਤਾਂ ਕਿਉਂਕਿ ਵਰਤਿਆ ਜਾਂਦਾ, ਪਰ ਕਰਮਾਂ ਵਾਲੇ ਆ ਮੈਂ ਕਹਿੰਦਾ ਸਾਰੇ ਲਿਫਾਫਿਆਂ 'ਚ ਪੈ ਕੇ ਆਉਣ। ਪਰ ਇੱਕ ਬੇਨਤੀ ਆ ਉਹਨਾਂ ਵੀਰਾਂ ਦੇ ਮੂਹਰੇ ਵੀ ਇਹ ਜ਼ਰੂਰ ਆਪਣੇ ਧਿਆਨ 'ਚ ਰੱਖਿਓ ਵੀ ਇਹ ਅਮਰੀਕਾ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੂੰ ਲੱਭਿਆ ਆ, ਜਿਹੜੀ ਕਦਰ ਸਾਡੇ ਦਿਲਾਂ ਦੇ ਵਿੱਚ ਆ, ਇਹੀ ਕਦਰ ਆਪਣੇ ਦਿਲਾਂ ਦੇ ਵਿੱਚ ਲੈ ਕੇ ਚੱਲਿਓ। ਸੰਘਰਸ਼ ਤੁਹਾਨੂੰ ਬਹੁਤ ਕੁਝ ਸਿਖਾਲ ਕੇ ਜਾਂਦਾ, ਸੁੱਖਾਂ ਦੇ ਵਿੱਚੋਂ ਤੁਸੀਂ ਕੁਝ ਨਹੀਂ ਸਿੱਖਦੇ, ਜਿਹੜੇ ਦੁੱਖ ਆ ਇਹੀ ਤੁਹਾਨੂੰ ਸਿਖਾਲਦੇ ਆ। ਇਸ ਕਰਕੇ ਮੇਰਾ ਖਿਆਲ 'ਚ ਲਿਖਿਆ ਸੀ ਦੁੱਖ ਦਾਰੂ ਸੁੱਖ ਰੋਗ ਭਇਆ, ਵੀ ਇਹਨੂੰ ਐਂ ਦੇਖਿਆ ਕਰੋ ਵੀ ਜੇ ਆ ਗਿਆ ਤਾਂ ਕੋਈ ਗੱਲ ਨਹੀਂ, ਆਪਾਂ ਤਗੜੇ ਹੋ ਕੇ ਜਿੱਦਾਂ ਕਹਿੰਦੇ ਹੁੰਦੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਇਹਨੂੰ ਚੱਲਣਾ ਜੀ। ਸੋ 27 ਸਾਲ ਛੋਟਾ ਸਮਾਂ ਨਹੀਂ ਹੁੰਦਾ। ਇਸ ਦੌਰਾਨ ਜਿਹੜਾ ਪਿੱਛੇ ਵੀ ਜਿਹੜਾ ਮਾਹੌਲ ਪਤਾ ਨਹੀਂ ਕੀ ਕੀ ਵਾਵਾਂ ਵਗਦੀਆਂ, ਉਹ ਫਿਰ ਕਿਵੇਂ ਮੈਨੇਜ ਕੀਤਾ ਇੱਥੋਂ ਬੈਠ ਕੇ? ਮੇਰਾ ਇਹ ਖਿਆਲ ਹੈ ਜੀ ਵੀ ਜਿਹੋ ਜਿਹਾ ਵੀ ਵਕਤ ਤੁਹਾਡੇ ਤੇ ਪਈ ਜਾਂਦਾ, ਜਿੱਦਾਂ ਆਪਣੇ ਸਿਆਣੇ ਕਹਿੰਦੇ ਵੀ ਲੋੜ ਜਿਹੜੀ ਉਹ ਕਾਢ ਦੀ ਮਾਂ ਹੁੰਦੀ ਆ। ਸੋ ਜਿੱਦਾਂ ਦਾ ਵੀ ਟਾਈਮ ਆਉਂਦਾ, ਜੇ ਤੁਸੀਂ ਜਨੂੰਨ ਤੁਹਾਡੇ 'ਚ ਹੈਗਾ, ਤੁਸੀਂ ਇਮਾਨਦਾਰੀ ਨਾਲ ਉਹਨੂੰ ਟੱਕਰ ਲਈ ਤਿਆਰ ਹੋ ਜਾਂਦੇ ਆ ਤੇ ਰਸਤੇ ਨਿਕਲਦੇ ਆਉਂਦੇ ਆ ਜੀ। ਜੇਕਰ ਗੱਲਾਂ ਦੱਸੀਏ ਤਾਂ ਬਹੁਤ ਅਣਹੋਣੀਆਂ ਹੋਈਆਂ, ਪਰ ਜਦੋਂ ਲੇਟ ਆਉਣ ਜਾ ਕੇ ਸਾਰਾ ਕੁਝ ਠੀਕ ਹੋ ਗਿਆ, ਤੁਹਾਨੂੰ ਸਾਰਾ ਕੁਝ ਭੁੱਲ ਜਾਂਦਾ। ਪਰ ਹਾਂ, ਇੱਕ ਮਨ ਦੇ ਵਿੱਚ ਹਮੇਸ਼ਾ ਰਹਿੰਦੀ ਹੈ ਵੀ ਜਿਹੜੇ ਤੁਹਾਡੇ ਆਪਣੇ ਦੁਨੀਆ ਤੋਂ ਚਲੇ ਜਾਂਦੇ ਆ ਉਹ ਮੁੜ ਕੇ ਫਿਰ ਕਦੇ ਦੁਬਾਰਾ ਨਹੀਂ ਲੱਭਦੇ। ਬਾਕੀ ਹਰ ਇੱਕ ਚੀਜ਼ ਬਣ ਜਾਂਦੀ ਆ, ਜ਼ਿੰਦਗੀ ਦੇ ਘਾਟੇ ਵਾਧੇ ਸਾਰੇ ਪੂਰੇ ਹੋ ਜਾਂਦੇ ਆ। ਇੱਥੇ ਜਾ ਕੇ ਪ੍ਰਦੇਸ਼ ਜਿਹੜਾ ਆ ਉਹ ਮਾੜਾ ਆ ਵੀ ਜਿਹੜੇ ਵਿਛੋੜੇ ਤੁਹਾਡੇ ਲੰਮੇ ਆ ਨਾ। ਸੋ ਇੱਕੋ ਹੀ ਦੁੱਖ ਆ ਪ੍ਰਦੇਸ਼ ਦਾ ਜੀ, ਜਿਹੜਾ ਵਿਛੋੜਿਆਂ ਵਾਲਾ ਆ। ਬਾਕੀ ਤੁਸੀਂ ਕਵਰ ਕਰ ਲੈਂਦੇ ਸਾਰਾ ਕੁਝ ਹੀ ਆ, ਠੀਕ ਆ। ਮੈਂ ਕਹਿੰਦਾ ਵੀ ਤੁਹਾਨੂੰ ਹਾਲਾਤ ਤਕੜਾ ਕਰ ਦਿੰਦੇ, ਮੈਂ ਤਾਂ ਇਹੀ ਗੱਲ ਕਹਿੰਦਾ। ਔਰ ਜਦੋਂ ਵੀ ਕਿਤੇ ਵਕਤ ਪੈਂਦਾ ਤਕੜੇ ਹੋ ਕੇ ਟੱਕਰੋ, ਵਕਤ ਨਿਕਲ ਜਾਂਦਾ ਹੁੰਦਾ ਜੀ। ਇਹਨੂੰ ਕਦੇ ਵੀ ਤੁਸੀਂ ਨਿਰਾਸ਼ਾਵਾਦੀ ਵੱਲ ਨਾ ਬਣੋ, ਜਾਣੀ ਕਿ ਆਸ਼ਾਵਾਦੀ ਰਹੋ ਬਸ। ਬਿਲਕੁਲ ਜੀ। ਸੋ ਤੁਸੀਂ 96 'ਚ ਇੱਥੇ ਪਹੁੰਚ ਗਏ ਤੇ ਮੂਹਰੇ ਕੋਈ ਸਾਂਭਣ ਵਾਲਾ ਸੀ ਉਸ ਟਾਈਮ? ਹਾਂਜੀ, ਮੇਰੇ ਇੱਥੇ ਕਜ਼ਨ ਬ੍ਰਦਰ ਸੀਗੇ। ਅੱਛਾ। ਹਾਂਜੀ, ਮੇਰੇ ਮਾਮਾ ਜੀ ਦੇ ਲੜਕੇ ਸੀ ਇੱਥੇ। ਪਹੁੰਚਣਾ ਜ਼ਰੂਰੀ ਸੀ ਫਿਰ? ਹਾਂਜੀ ਹਾਂਜੀ। ਫਿਰ ਕਿਹੜੀ ਲਾਈਨ ਚੁਣੀ? ਉਹ ਟਰੱਕਿੰਗ ਦੇ ਵਿੱਚ ਸੀਗੇ ਜੀ। ਅੱਛਾ। ਹਾਂਜੀ, ਜਿੰਨਾ ਚਿਰ ਨਹੀਂ ਸੀ ਪੇਪਰ ਕੋਲ ਉਦੋਂ ਤਾਂ ਫਿਰ ਜਿਹੜਾ ਵੀ ਕੰਮ ਮਿਲਿਆ ਉਹ ਕਰੀ ਗਏ। ਜਦੋਂ ਵਰਕ ਪਰਮਿਟ ਆ ਗਿਆ ਉਸ ਤੋਂ ਬਾਅਦ ਟਰੱਕ ਦਾ ਲਾਇਸੈਂਸ ਲੈ ਲਿਆ ਸੀਗਾ ਤੇ ਉਹਨਾਂ ਦੀ ਆਪਣੀ ਟਰੱਕਿੰਗ ਕੰਪਨੀ ਸੀ, ਉਹਨਾਂ ਤੋਂ ਉੱਥੇ ਫਿਰ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਸੋ ਟਰੱਕ ਛੱਡ ਕੇ ਵੀ ਵਿੱਚ ਹੋਰ ਵੀ ਕੰਮ ਕੀਤੇ, ਜਿੱਦਾਂ ਮੇਰੇ ਵੀ ਇੱਕ ਦਿਲ ਦੇ ਵਿੱਚ ਸੀ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਸਾਰਿਆਂ ਕੰਮਾਂ ਦਾ। ਕੁਛ ਮੈਂ ਸੋਚਦਾ ਸੀ ਵੀ ਜਿਹੜਾ ਟਰੱਕ ਹੈ ਬੰਦੇ ਨੂੰ ਬਹੁਤ
ਅਨਫਿਟ ਕਰ ਦਿੰਦਾ। ਉਹਨਾਂ ਟਾਈਮਾਂ ਦੇ ਵਿੱਚ ਨਹੀਂ ਸੀ ਇੰਨੀ ਜਾਣਕਾਰੀ ਵੀ ਬਾਹਰ ਜਿਮ ਵਗੈਰਾ ਵੀ ਹੁੰਦੇ ਆ, ਤੁਸੀਂ ਉੱਥੇ ਜਾ ਕੇ ਵੀ ਐਕਸਰਸਾਈਜ਼ ਲਾ ਲੈਂਦੇ। ਮੈਨੂੰ ਥੋੜਾ ਸ਼ੌਂਕ ਸੀਗਾ ਪਹਿਲਾਂ ਤੋਂ ਹੀ ਐਕਸਰਸਾਈਜ਼ ਕਰਨ ਦਾ, ਮੈਂ ਉਹਦੇ ਕਰਕੇ 2 ਸਾਲ ਚਲਾ ਕੇ ਟਰੱਕ ਛੱਡ ਗਿਆ ਸੀਗਾ। ਫਿਰ ਕੰਪਨੀਆਂ 'ਚ ਕੰਮ ਕਰਕੇ 2003 ਤੋਂ ਬਾਅਦ ਵਿੱਚ ਫਿਰ ਲੱਗਿਆ ਵੀ ਕੰਮ ਬਹੁਤ ਜ਼ਿਆਦਾ ਕਰਨਾ ਪੈਣਾ ਫਾਦਰ ਹੋਣਾ ਤੋਂ ਬਾਅਦ। ਫਿਰ ਦੁਬਾਰਾ ਟਰੱਕ ਤੇ ਆ ਕੇ ਫਿਰ ਮੈਂ ਸਾਰੇ ਕਿਤੇ 48 ਸਟੇਟ ਜਿੱਧਰ ਨੂੰ ਵੀ ਕਿਤੇ ਲੋਡ ਮਿਲਿਆ ਫਿਰ ਚੱਕ ਕੇ ਲਾਈਦਾ ਸੀਗਾ ਜੀ। ਫਿਰ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਹੋਰ ਵੱਧ ਗਈ ਸੀਗੀ। ਉਹ ਤੋਂ ਬਾਅਦ ਵਿੱਚ ਫਿਰ ਟਰੱਕ ਜੇ ਕਹਿ ਦਈਏ ਬਹੁਤ ਜ਼ਿਆਦਾ ਚਲਾਉਣਾ ਪਿਆ। ਫਿਰ ਹੌਲੀ ਹੌਲੀ ਆਪਣੀ ਡਿਸਪੈਚ ਕਰ ਲਈ। ਹੁਣ ਆਪਣੀ ਟਰੱਕਾਂ ਦੀ ਕੰਪਨੀ ਛੋਟੀ ਜਿਹੀ ਰਨ ਕਰਦੇ ਜੀ। ਜੀ ਸੋ ਰਹੇ ਤੁਸੀਂ ਜ਼ਿਆਦਾਤਰ ਟਰੱਕਿੰਗ ਜੀ? ਹਾਂਜੀ, ਟਰੱਕਿੰਗ ਲਾਈਨ ਦੇ ਵਿੱਚ ਰਹੇ ਜ਼ਿਆਦਾ ਜੀ। ਸੋ ਕਈ ਵਾਰੀ ਦਰਸ਼ਕ ਸਾਡੇ ਜਾਂ ਨੌਜਵਾਨ ਮੁੰਡੇ ਕੁੜੀਆਂ ਦੇਖਦੇ ਆ ਤੇ ਉਹ ਜਦੋਂ ਘਰ-ਬਾਰ ਜਾਂ ਗੱਡੀਆਂ ਵੱਡੀਆਂ ਟੌਰ ਸ਼ੌਰ ਦੇਖ ਲੈਂਦੇ ਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਪਤਾ ਹੀ ਨਹੀਂ ਵੀ ਸੁਖਾਲਾ ਹੀ ਮਿਲ ਗਿਆ ਹੋਣਾ। ਸੋ ਸੁਖਾਲਾ ਨਹੀਂ, ਕਈ ਇਹੋ ਜਿਹੇ ਕੰਮ ਵੀ ਕਰਨੇ ਪੈਂਦੇ ਆ ਜਿਹੜੇ ਮਨ ਮਾਰ ਕੇ ਕਰਨੇ ਪੈਂਦੇ ਆ। ਸੋ ਡਿਸਪੈਚ ਦਾ ਜਿਹੜਾ ਕੰਮ ਚੱਲ ਰਿਹਾ ਹੁਣ, ਕਿੰਨੇ ਕੁ ਪੰਜਾਬੀ ਲੋਕ ਜੁੜੇ ਆ ਜਾਂ ਤੁਹਾਡੇ ਨਾਲ ਕੋਈ ਹੋਰ? ਆਪਣੇ ਨਾਲ ਸਾਰੇ ਵੀਰ ਪੰਜਾਬੀ ਆ ਜੀ ਜਿੰਨੇ ਕੰਮ ਕਰਨ ਵਾਲੇ। ਹਾਂਜੀ, 35-36 ਟਰੱਕਾਂ ਦੀ ਅਸੀਂ ਐਵਰੇਜ ਰੱਖੀ ਦੀ ਹੈ, ਇਹ ਤੋਂ ਕਦੇ ਵਧਾਈ ਨਹੀਂ। ਠੀਕ ਹੈ। ਤੇ ਜਿੱਦਾਂ ਹੁਣ ਕਾਫੀ ਹਾਇਰਿੰਗ ਜਿਹੜੀ ਆ ਉਹ ਹੋ ਰਹੀ ਆ ਰਹੇ ਬੰਦੇ, ਪਰ ਹੁਣ ਜਵਾਬ ਦੇ ਦਈਦਾ ਵੀ ਜਿੰਨੇ ਕੁ ਵੀਰ ਹੈਗੇ ਆ ਇੰਨਾ ਕਿ ਇੱਥੇ ਕੁ ਤੱਕ ਆਪਣਾ ਰੱਖਿਆ ਆ। ਪੰਜਾਬੀ ਭਾਈ ਆ ਸਾਰੇ, ਔਰ ਬੜੇ ਚਿਰ ਤੋਂ ਕੰਮ ਕਰਦੇ ਆ ਜੀ। 16 17 ਸਾਲ ਵੀ ਹੋ ਗਏ ਜਿਹੜੇ ਮੁੰਡੇ ਆਪਣੇ ਨਾਲ ਆਪਰੇਟਰ ਆ, ਉਦੋਂ ਤੋਂ ਕੰਮ ਕਰਦੇ ਆ। ਪਰਿਵਾਰਾਂ ਵਾਲੇ ਸੰਬੰਧ ਆ ਸਾਰਿਆਂ ਦੇ ਨਾਲ, ਭਰਾਵਾਂ ਵਾਲਾ ਰਿਸ਼ਤਾ ਆ। ਕਦੇ ਇੱਦਾਂ ਨਹੀਂ ਸੋਚਿਆ ਵੀ ਮੈਂ ਮਾਲਕ ਆ ਕੰਪਨੀ ਦਾ ਜਾਂ ਉੱਥੇ ਕੰਮ ਕਰ ਰਹੇ ਆ। ਜਿਵੇਂ ਮੈਂ ਆਪਣੀ ਜੋਬ ਕਰ ਰਿਹਾ, ਉਹ ਆਪਣੀ ਜੋਬ ਪੂਰੀ ਠੋਕ ਕੇ ਕਰ ਰਹੇ ਆ। ਡਿਸਪੈਚ ਜਿਹੜੀ ਆ ਟਰੱਕਾਂ ਦੀ, ਸਾਡੇ ਕਹਿ ਦਿੰਦੇ ਆ ਵੀ ਸਾਰੇ ਜਣੇ ਅਸੀਂ ਡਿਸਪੈਚਰ ਹੀ ਆ। ਮੇਰਾ ਕਹਿਣ ਦਾ ਮਤਲਬ ਹੈ ਵੀ 2-3 ਸਟੈਪ ਹੈਗੇ ਆ ਜੀ। ਇੱਕ ਤੁਸੀਂ ਆਪ ਜਿਹੜੇ ਲੋਡ ਆ ਉਹ ਬਰੋਕਰਾਂ ਤੋਂ ਲੈ ਕੇ ਆਪਣੇ ਟਰੱਕਾਂ ਨੂੰ ਚੁਕਾਉਣੇ ਆ। ਕਈਆਂ ਹੁਣ ਵੀਰਾਂ ਨੇ ਟਰੱਕ ਲੈ ਕੇ ਪਾ ਦਿੱਤੇ ਹੋ ਆ ਦੂਜੀਆਂ ਕੰਪਨੀਆਂ ਦੇ ਵਿੱਚ ਆ, ਉਹ ਡਿਸਪੈਚ ਕੋਈ ਹੋਰ ਕਰਦਾ, ਟਰੱਕ ਤੁਹਾਡੇ ਆ। ਪਰ ਜਿਹੜਾ ਕੰਮ ਤੁਹਾਡਾ ਕਸਟਮਰ ਦੇ ਨਾਲ ਆ, ਸਿੱਧਾ ਕੰਮ ਹੈ, ਜਿੱਦਾਂ ਕਿਸੇ ਸਟੋਰ ਦੇ ਨਾਲ ਆ, ਵਿੱਚ ਤੁਹਾਡੇ ਵਿਚੋਲਾ ਹੈ ਨਹੀਂ, ਬਰੋਕਰ ਹੈ ਨਹੀਂਗਾ। ਮੇਰਾ ਖਿਆਲ ਹੈ ਜੇ ਤੁਸੀਂ ਕਾਮਯਾਬ ਹੋਣਾ ਤਾਂ ਤੁਹਾਨੂੰ ਉਸ ਥਾਂ ਦੇ ਉੱਤੇ ਜ਼ਰੂਰ ਪਹੁੰਚਣਾ ਪੈਣਾ। ਉੱਥੇ ਜਾ ਕੇ ਤੁਹਾਡੀ ਜਿਹੜੀ ਕਮਿਟਮੈਂਟ ਆ, ਜਿਹੜੀ ਇੱਕ ਵਾਰੀ ਤੁਸੀਂ ਕਰ ਦਿੱਤੀ ਆ, ਸਾਰੇ ਸਾਲ ਦਾ ਲਿਖ ਦਿੱਤਾ, ਉਹਦੇ ਤੋਂ ਕਦੇ ਪਿੱਛੇ ਨਹੀਂ ਹਟਣਾ। ਅੱਜ ਸਾਡੇ ਟਰੱਕਿੰਗ ਦੇ ਹਾਲਾਤ ਜਿਹੜੇ ਅਮਰੀਕਾ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਭਾਵੇਂ ਬਹੁਤ ਨਾਜ਼ੁਕ ਆ, ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਵੀਰ ਵੀ ਨਾਲ ਜਿਹੜੇ ਕੰਮ ਕਰਦੇ ਜ਼ਰੂਰ ਸੁਣਦੇ ਹੋਣਗੇ, ਸਾਡੇ ਰੇਟ ਉਹੀ ਆ ਜੀ, ਸਾਡੇ ਰੇਟਾਂ ਨੂੰ ਕੋਈ ਫਰਕ ਨਹੀਂ ਪਿਆ। ਸੋ ਜੇ ਤੁਸੀਂ ਕਮਿਟਮੈਂਟ ਦੇ ਪੂਰੇ ਉਤਰਦੇ ਆ ਤਾਂ ਕਸਟਮਰ ਵੀ ਤੁਹਾਡਾ ਖਿਆਲ ਰੱਖਦਾ ਤੇ ਤੁਸੀਂ ਕਾਮਯਾਬ ਵੀ ਹੁੰਦੇ ਆ। ਪਰ ਸਮਾਂ ਜ਼ਰੂਰ ਲੱਗਦਾ। ਓਵਰਨਾਈਟ ਦੇ ਵਿੱਚ ਕਦੇ ਵੀ ਕੋਸ਼ਿਸ਼ ਨਾ ਕਰੋ ਕੋਈ ਪੁੱਠਾ ਸਿੱਧਾ ਕੰਮ ਕਰਕੇ। ਮਿਹਨਤ ਕਰੋਗੇ, ਇਹ ਕੰਟਰੀਆਂ ਤੁਹਾਡੇ ਲਈ ਸਾਰਾ ਕੁਝ ਲੈ ਕੇ ਬੈਠੀਆਂ, ਔਰ ਸਾਰੀ ਉਮਰ ਜਿਹੜੀ ਤੁਹਾਡੀ ਇੱਜ਼ਤ ਵੀ ਬਣੀ ਰਹੂਗੀ ਤੇ ਪ੍ਰਸ਼ਾਦਾ ਪਾਣੀ ਵੀ ਜਿਹੜਾ ਤੁਹਾਡਾ ਮਿਹਨਤ ਕਰਕੇ ਵਧੀਆ ਚੱਲੀ ਜਾਂਦਾ। ਜੇ ਮੈਂ ਇਹ ਵੀ ਸਵਾਲ ਕਰਨਾ ਚਾਹੁੰਦਾ ਸੀ, ਤੁਸੀਂ ਆਪ ਹੀ ਤਕਰੀਬਨ ਕਵਰ ਕਰਤਾ ਵੀ ਲੋਕਾਂ 'ਚ ਸਾਡੇ ਨਾ ਭਾਈਚਾਰੇ 'ਚ ਲੱਗਦੀ ਆ ਨਵੇਂ ਪੁਰਾਣੇ 2 ਧੜੇ ਬਣ ਗਏ ਆ। ਨਵੇਂ ਆ ਜਿਹੜੇ ਉਹ ਪੁਰਾਣਿਆਂ ਨੂੰ ਦੇਖਦੇ ਨਹੀਂ, ਪੁਰਾਣੇ ਨਵਿਆਂ ਨੂੰ ਨਹੀਂ ਦੇਖਦੇ। ਸੋ ਆਪਸ ਵਿੱਚ ਇਹ ਵੀ ਆਉਂਦੀ ਆ ਵੀ ਮਿਸਯੂਜ਼ ਕਰਦੇ ਆ। ਸਾਡੇ ਵੀ ਉਹ ਚੱਲਿਆ ਵੀ ਪੁਰਾਣੇ ਬੰਦਿਆਂ ਨੇ ਘੱਟ ਪੈਸਿਆਂ ਦੇ ਕੰਮ ਕਰਵਾਇਆ, ਕਈ ਕਰਾਇਆ ਤਾਂ 2-4-10 ਨੇ, ਬਦਨਾਮ ਸਾਰੇ ਹੋਏ। ਸੋ ਇਹ ਇੱਥੇ ਤੁਹਾਡਾ ਕਿਵੇਂ ਰਿਹਾ ਵੀ ਇਸ ਨੂੰ ਤੁਸੀਂ ਕੋਈ ਜਿਹੜੇ ਉਂਗਲ ਉਠਾਉਣ ਵਾਲੇ ਬੰਦਿਆਂ ਨੂੰ ਵੀ ਦੇਖੋ, ਕੁਛ ਤਾਂ ਕਿਤੇ ਨਾ ਕਿਤੇ ਅੱਗ ਮੱਚੀ ਹੁੰਦੀ ਆ, ਤਾਂ ਹੀ ਧੂੰਆਂ ਨਿਕਲਦਾ। ਕਿੱਦਾਂ ਮੈਨੇਜ ਕਰਕੇ ਰੱਖਿਆ ਹੁਣ ਤੱਕ ਇਹ ਚੀਜ਼ਾਂ? ਜਿਹੜੀ ਟਰੱਕਾਂ ਦੀ ਡਿਸਪੈਚ ਹੈ ਜੀ, ਇਹਦਾ ਕੰਮ ਆਪਣੀਆਂ ਸਬਜ਼ੀਆਂ ਵਾਲਾ ਹੀ ਆ। ਜਿੱਦਾਂ ਸਬਜ਼ੀ ਪੇ ਪੁੱਤ ਨੂੰ ਚੋਰ ਬਣਾ ਦਿੰਦੀ ਆ, ਇਹ ਲੋਡਾਂ ਦੇ ਵੀ ਇਦਾਂ ਦੇ ਕੰਮ ਆ। ਅੱਜ ਸਵੇਰ ਨੂੰ ਮਾਰਕੀਟ ਕੁਛ ਹੋ ਰਿਹਾ, ਦੁਪਹਿਰ ਨੂੰ ਹੋ ਰਿਹਾ, ਸ਼ਾਮ ਨੂੰ ਹੋ ਰਿਹਾ। ਉਹ ਜਿਹੜੇ ਵੀਰ ਮਾਰਕੀਟ ਦੇ ਨਾਲ ਚੱਲਦੇ, ਉਹਨਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੁੰਦੇ ਰਹਿੰਦੇ ਆ। ਸਾਡਾ ਰੇਟ ਜਿਹੜਾ ਉਹ ਪੱਕਾ ਹੀ ਆ, ਫਿਕਸ ਪ੍ਰਾਈਸ। ਹਾਂਜੀ, ਉਹਨਾਂ ਨੇ ਉਹ ਚੱਕਣ ਤੋਂ ਪਹਿਲਾਂ ਹੀ ਪਤਾ ਵੀ ਸਾਨੂੰ ਕੀ ਮਿਲਣਾ। ਕਦੇ ਕਿਸੇ ਨੇ ਰੇਟ ਨਹੀਂ ਪੁੱਛਿਆ ਵੀਰਾਂ ਨੇ, ਲੋਡ ਚੱਕ ਲੈਂਦੇ ਆ, ਪਤਾ ਵੀ ਸਾਡਾ ਆਹ ਗੇੜਾ ਲੱਗ ਗਿਆ, ਇੰਨੇ ਦਾ ਗੇੜਾ। ਜਿਹੜੀ ਮਾਰਕੀਟ ਦੇ ਰੇਟ ਆ ਉਹਨਾਂ ਦੇ ਵਿੱਚ ਬਹੁਤੀ ਵਾਰੀ ਪਿੱਛੋਂ ਪੈਸੇ ਘੱਟ ਆਏ ਹੁੰਦੇ ਆ। ਹੁਣ ਮੰਨ ਲਓ ਜਦੋਂ ਮਾਰਕੀਟ ਕਿਤੇ ਹਾਟ ਹੋ ਗਈ, ਹਾਟ ਮਾਰਕੀਟ ਦੇ ਵਿੱਚ ਉਹਨਾਂ ਭਰਾਵਾਂ ਦੇ ਮਨ ਦੇ ਵਿੱਚ ਇਹ ਗੱਲ ਹੋਣੀ ਆ ਵੀ ਜਿਹੜੇ ਅਸੀਂ ਪਿਛਲੇ ਸਾਲ ਵੀ ਲੋਡ ਚੱਕੇ ਸੀਗੇ, ਸ਼ਾਇਦ ਉਹਨਾਂ ਦੀ ਪ੍ਰਾਈਸ ਵੀ ਜ਼ਿਆਦਾ ਸੀਗੀ। ਪਰ ਮੈਂ ਤੁਹਾਨੂੰ ਦੱਸਦਾ ਵੀ 2 ਮਹੀਨਿਆਂ ਨੇ ਸਾਰੇ ਸ਼ੰਕੇ ਕੱਢ ਦਿੱਤੇ ਆ ਵੀ ਜਿਹੜੇ ਨਵੇਂ ਆਏ ਉਹ ਵੀਰੇ ਸੋਚਦੇ ਸੀਗੇ ਨਾ ਵੀ ਟਰੱਕਿੰਗ ਦੇ ਵਿੱਚ ਪਤਾ ਨਹੀਂ ਪਹਿਲਾਂ ਕੀ ਹੋਈ ਗਿਆ। ਹੁਣ ਉਹਨਾਂ ਨੇ 2 ਮਹੀਨੇ ਸੋਚਣਾ ਸ਼ੁਰੂ ਕਰ ਦਿੱਤਾ ਵੀ ਨਹੀਂ, ਅਗਲੇ ਰਿਸੈਸ਼ਨਾਂ ਦੇ ਵਿੱਚ ਵੀ ਆਹ ਕੁਛ ਹੀ ਹੋਇਆ ਹੋਣਾ। ਜਿਹੜਾ ਅੱਜ ਮਹਿੰਗੇ ਤੇਲ ਦੇ ਵਿੱਚ ਇੰਨੇ ਘੱਟ ਰੇਟਾਂ ਤੇ ਅਸੀਂ ਜਾਣ ਲੱਗੇ ਆ। ਅਸੀਂ 2-3 ਰਿਸੈਸ਼ਨ ਦੇਖ ਲਿਆ ਜੀ ਆਪਣੇ 26-27 ਸਾਲਾਂ ਦੇ ਵਿੱਚ। ਸਾਨੂੰ ਹੁਣ ਪਤਾ ਆ ਵੀ ਜੇ ਕਿਤੇ ਮਾਰਕੀਟ ਤਾਂ ਨੂੰ ਗਈ ਵੀ ਆ, ਉੱਥੇ ਪੈਰ ਨਹੀਂ ਛੱਡਣੇ। ਜਦੋਂ ਆਪਾਂ ਲੜਾ ਲੱਗ ਜਾਈਏ ਨਾ ਕਿਸੇ ਦੇ ਵਧੀਆ ਬੰਦੇ ਦੇ, ਐਨ ਲੜ ਕਸਟਮਰ ਦੇ ਲੱਗੇ ਹੋਏ, ਇੱਕੋ ਹੀ ਕਸਟਮਰ ਆ ਜੀ ਜਿਹੜਾ ਮੇਨ ਸਾਡਾ ਅਲਬਰਟ ਸਨ ਹੈ, ਸੇਫ ਵੀ ਆ, ਉਹ 2 ਇਕੱਠੇ ਹੀ ਆ, ਉਹਨਾਂ ਦੇ ਨਾਲ ਹੀ ਸਾਰਾ ਕੰਮ ਹੈ 99%। ਅਸੀਂ ਨਹੀਂ ਛੱਡੇ ਜੀ ਪਿਛਲੇ ਸਾਲ ਦੇ ਵਿੱਚ, ਭਾਵੇਂ ਜਿੰਨੇ ਮਰਜ਼ੀ ਰੇਟ ਉੱਤੇ ਥੱਲੇ ਗਏ ਆ, ਅਸੀਂ ਵੀ ਖੜੇ ਰਹੇ ਆ ਤੇ ਸਾਨੂੰ ਮਾਣ ਹੈ ਜਿਹੜੇ ਵੀਰ ਸਾਡੇ ਨਾਲ ਕੰਮ ਕਰਦੇ ਆ ਉਹ ਵੀ ਨਾਲ ਖੜੇ ਰਹੇ ਆ ਤੇ ਅੱਜ ਉਹ ਵਧੀਆ ਪੈਸੇ ਕਮਾ ਰਹੇ ਆ। ਇੱਕੋ ਹੀ ਸੱਦਾ ਆਇਆ ਵੀ ਜੇ ਕਿਤੇ ਕਮਿਟਮੈਂਟ ਕਰ ਲਈ
ਉੱਥੇ ਪੂਰੇ ਉਤਰੋ ਤੇ ਜਿਹੜੀ ਤੁਹਾਡੀ ਕਮਿਊਨੀਕੇਸ਼ਨ ਹੈ ਉਹ ਵੀ ਹੋਣੀ ਚਾਹੀਦੀ ਆ ਵੀ ਜੇ ਕੋਈ ਬੰਦਾ ਫੋਨ ਦੇ ਉੱਤੇ ਇਹ ਨਹੀਂ ਵੀ ਤੁਸੀਂ ਫੋਨ ਨਹੀਂ ਚੱਕਣਾ, ਬਿਲਕੁਲ ਬਿਲਕੁਲ ਉਹ ਤੁਸੀਂ ਔਨ ਟਾਈਮ ਆਪਣੀ ਜਿਹੜੀ ਕਾਲ ਹੈ ਉਹ ਜ਼ਰੂਰ ਲੈਣੀ ਆ। ਤੇ ਇਹ ਭੁਲੇਖੇ ਆ ਜੀ ਮਨਾਂ 'ਚ ਜ਼ਿਆਦੇ, ਮੈਂ ਇਹ ਕਹਿੰਦਾ ਹੋਣਗੇ ਬੰਦੇ ਵਿੱਚ ਉਹਨਾਂ ਦਾ ਫਿਰ ਲੰਮਾ ਟਾਈਮ ਕੰਮ ਨਹੀਂ ਚੱਲਦਾ ਜੀ। ਉਹਨਾਂ ਦੇ ਕੰਪਨੀਆਂ ਦੇ ਨਾਂ 2 ਸਾਲਾਂ ਬਾਅਦ ਸਾਲ ਬਾਅਦ ਚੇਂਜ ਹੁੰਦੇ ਰਹਿੰਦੇ ਆ। ਤੁਸੀਂ ਇੱਦਾਂ ਨਹੀਂ ਵੀ 20-20 ਸਾਲ ਫਿਰ ਸੇਮ ਕੰਪਨੀ ਨਹੀਂ ਚਲਾ ਸਕਦੇ, ਕਿਉਂਕਿ ਚੋਰੀਆਂ ਤੁਹਾਡੀਆਂ ਫੜੀਆਂ ਜਾਂਦੀਆਂ ਔਰ ਨਹੀਂ ਕਰਨੀਆਂ ਚਾਹੀਦੀਆਂ। ਤੇ ਇੱਥੇ ਪਰਮਾਤਮਾ ਵੀ ਦੇਖਦਾ। ਇਹ ਜਿਹੜੀ ਡਿਸਪੈਚ ਦਾ ਅੱਜ ਕੱਲ੍ਹ ਰਿਵਾਜ ਇੰਡੀਆ ਤੋਂ ਲੋਕ ਜਾਂ ਆਨਲਾਈਨ ਜ਼ਿਆਦਾ ਕੰਮ ਕਰ ਰਹੇ ਆ, ਤੁਸੀਂ ਵੀ ਉਹ ਕਰ ਰਹੇ ਹੋ ਜਾਂ ਇੱਥੋਂ ਹੀ ਕਰ ਰਹੇ ਹੋ? ਨਹੀਂ ਜੀ, ਮੈਂ ਤਾਂ ਇਦਾਂ ਕਦਾ ਐ ਜੀ, ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਮੈਨੂੰ ਕਿਸੇ ਦੇ ਕੀਤੇ ਤੇ ਯਕੀਨ ਹੀ ਹੈ ਨਹੀਂ ਗਾ, ਆਪੋ ਆਪਣਾ ਸੁਭਾਅ ਹੁੰਦਾ। ਹਾਂਜੀ ਹਾਂਜੀ। ਤੇ ਮੈਂ ਤਾਂ ਹੀ ਜ਼ਿਆਦਾ ਕੰਮ ਨਹੀਂ ਵਧਾਇਆ। ਕੰਮ ਲੇਡੀਜ਼ ਕਰਦੀਆਂ ਆਫਿਸ ਵਿੱਚ ਕੰਮ, ਜਿੱਦਾਂ ਆਪਣੇ ਕੋਲ 4 ਕੁੜੀਆਂ ਕਾਊਂਟਿੰਗ ਲਈ ਆ ਜਾਂ ਹੋਰ ਚੈੱਕ ਬਣਦੇ ਆ ਜਾਂ ਚੈੱਕ ਆਉਂਦੇ ਆ ਜਿਹੜੇ ਸਾਹਮਣੇ ਆ। ਡਿਸਪੈਚ ਦਾ ਤਕਰੀਬਨ ਜੀ ਪਿਛਲੇ ਦੇਖ ਲਓ ਵੀ ਅਸੀਂ 17 ਸਾਲਾਂ ਤੋਂ ਹੁਣ ਡਿਸਪੈਚ ਮੈਂ ਕਰਦਾ। ਪਹਿਲਾਂ ਟਰੱਕ ਚਲਾਇਆ ਤੇ ਡਿਸਪੈਚ ਦਾ ਮੇਰੇ ਕੋਲੇ ਆ ਜੀ, ਆਪਦੀ ਖੁਦ ਹੀ ਮੈਂ ਖੁਦੇ ਕਰਦਾ ਇਕੱਲੇ। ਹਾਂਜੀ ਚਲੋ ਬਹੁਤ ਵਧੀਆ ਗੱਲ ਆ ਜੀ। ਚਲੋ ਆਪਾਂ ਹੁਣ ਘਰ 'ਚ ਬੈਠੇ ਆ ਤੇ ਘਰ ਦਾ ਵੀ ਆਨੰਦ ਲੈਣਾ, ਠੀਕ ਹੈ, ਘਰ ਵੀ ਦੇਖਣਾ। ਬਹੁਤ ਖੂਬਸੂਰਤ ਨਜ਼ਾਰਾ ਜਿਹੜਾ ਅੱਖਾਂ ਨਾਲ ਦੇਖੇ ਤੋਂ ਜਿਹੜਾ ਇੱਥੇ ਲਾਈਵ ਦੇਖਣ ਦਾ ਗੱਲ ਹੋਰ ਹੀ ਬਣਦੀ ਆ। ਪਰ ਫਿਰ ਵੀ ਅਸੀਂ ਕੈਮਰੇ ਦੇ ਜ਼ਰੀਏ ਜਿੰਨੀਆਂ ਕਿ ਚੀਜ਼ਾਂ ਜ਼ਰੂਰ ਦਿਖਾਉਣੀਆਂ ਤੁਹਾਡੀਆਂ। ਹੋਰ ਵੀ ਤੁਸੀਂ ਇੱਥੇ ਜਿਹੜੇ ਫਲ ਫੁੱਲ ਬੂਟੇ ਜਿਹੜੀ ਰੌਣਕ ਲਾਈ ਆ, ਇੰਨਾ ਗਾਰਡਨ ਸਾਹਮਣਾ ਖਾਸਾ ਔਖਾ ਹੋ ਜਾਂਦਾ। ਹਾਂਜੀ, ਇਹਦੇ ਲਈ ਫਿਰ ਮੇਨਟੇਨੈਂਸ ਲਈ ਬੰਦੇ ਆਉਂਦੇ ਆ ਹਰੇਕ ਵੀਕ, ਉਹੀ ਕਰਕੇ ਜਾਂਦੇ ਆ। ਤੁਸੀਂ ਆਪ ਤਾਂ ਨਹੀਂ ਸਾਂਭ ਸਕਦੇ ਇੰਨਾ ਵੱਡਾ। ਤੇ ਪਹਿਲਾਂ ਅੱਜ ਤੋਂ 3 ਸਾਲ ਪਹਿਲਾਂ ਇੱਕ ਖੇਤ ਸੀਗਾ ਜੀ, ਇੱਥੇ ਕੋਈ ਬੂਟਾ ਨਹੀਂ ਸੀ, ਕੋਈ ਦਰਖਤ ਨਹੀਂ ਸੀਗਾ। ਅੱਛਾ। ਇਹ ਜਦੋਂ ਡਿਵੈਲਪ ਕੀਤਾ ਉਹ ਤੋਂ ਬਾਅਦ ਚ ਲਿਆ ਕੇ ਸਾਰੇ ਟਰੀ ਲਾਏ ਆ ਵਿੱਚ। ਅੱਜ ਤੁਸੀਂ ਓਲਿਵ ਟਰੀ ਦੇਖੋਗੇ 100 ਸਾਲ ਪੁਰਾਣੇ ਟਰੀ ਆ, ਆਲਰੇਡੀ 100 ਸਾਲ ਇਹਨਾਂ ਦੀ ਉਮਰ ਹੋ ਚੁੱਕੀ ਹੈ। ਪੱਟ ਕੇ ਲਿਆਂਦੇ ਸੀ ਕਰੇਨਾਂ ਦੇ ਨਾਲ। ਅੱਛਾ। ਕਿਉਂਕਿ ਮੈਨੂੰ ਇਹ ਹੈ ਵੀ ਪੱਥਰ ਤੁਸੀਂ ਜਿੰਨਾ ਮਰਜ਼ੀ ਲਾ ਲਓ, ਪਰ ਜੇ ਨੇਚਰ ਹੈ ਨਹੀਂ ਗੀ, ਫੁੱਲ ਬੂਟੇ ਹੈ ਨਹੀਂ ਗੇ, ਤੇ ਤੁਸੀਂ ਬੋਰ ਹੋਣੇ ਸ਼ੁਰੂ ਹੋ ਜਾਂਦੇ ਆ। ਇਹਨਾਂ ਨੇ ਐਵਰੀ ਮੰਥ ਐਵਰੀ ਨੈਕਸਟ ਮੰਥ ਇਹਨਾਂ ਨੇ ਘਰ ਦੀ ਰੂਪ ਰੇਖਾ ਜਿਹੜੀ ਚੇਂਜ ਕਰ ਦੇਣੀ ਹੈ। ਕਦੇ ਪੱਤਝੜ ਆ ਗਈ, ਕਦੇ ਬਸੰਤ ਆ ਗਈ, ਕਦੇ ਫੁੱਲ ਨਿਕਲ ਆਏ, ਕਦੇ ਪੱਤੇ ਨਿਕਲ ਆਏ। ਉਹਦੇ ਕਰਕੇ ਤੁਹਾਨੂੰ ਘਰ ਜਿਹੜਾ ਉਹ ਡਿਫਰੈਂਟ ਦੇਖਣ ਨੂੰ ਮਿਲਦਾ ਤੇ ਤੁਸੀਂ ਕਦੇ ਕੁਦਰਤ ਦੇ ਨਾਲ ਜਿਹੜੇ ਨੇਚਰ ਦੇ ਨਾਲ ਤੁਸੀਂ ਬੋਰ ਨਹੀਂ ਹੁੰਦੇ ਕਦੇ ਵੀ। ਬਿਲਕੁਲ ਜੀ, ਬਹੁਤ ਖੂਬਸੂਰਤ ਹੈ ਜੀ। ਤੇ ਆਪਾਂ ਜ਼ਰੂਰ ਗੇੜਾ ਕੱਢਦੇ ਹਾਂ। ਇੱਥੇ ਮੈਂ ਦੇਖ ਰਿਹਾ ਸੀ ਵਾਲੀਬਾਲ ਦਾ ਵੀ, ਤੁਸੀਂ ਬੀਚ ਵਾਲੀਬਾਲ ਦਾ ਵੀ ਬਣਾ ਰੱਖਿਆ। ਹਾਂਜੀ, ਪਰ ਉਹ ਜਿਹੜਾ ਪਰੇ ਗਰਾਊਂਡ ਪਈ ਉਹਦੇ ਵਿੱਚ ਸੌਕਰ ਖੇਡ ਲਈਦਾ। ਸੌਕਰ ਖੇਡਣ ਨੂੰ ਵੀ ਗਰਾਊਂਡ ਬਣਾਇਆ ਹੋਇਆ। ਹਾਂਜੀ ਹਾਂਜੀ। ਤੇ ਇੰਨੀ ਕੁ ਐਕਸਰਸਾਈਜ਼ ਮਾੜੀ ਮੋਟੀ ਘਰੇ ਹੁੰਦੀ ਰਹਿੰਦੀ ਹੈ, ਫਿਰ ਥੋੜਾ ਬਹੁਤਾ ਚਲੋ ਤੁਹਾਡਾ ਖਾਧਾ ਪੀਤਾ ਜਿਹੜਾ ਆ ਉਹ ਹਜਮ ਹੁੰਦਾ ਰਹਿੰਦਾ। ਮੈਂ ਇਹ ਗੁਜ਼ਾਰਿਸ਼ ਕਰਦਾ ਤੁਹਾਡੇ ਚੈਨਲ ਦੇ ਜ਼ਰੀਏ ਵੀ ਸਾਨੂੰ ਜਿਹੜੀ ਐਕਟੀਵਿਟੀ ਆ, ਹਾਂਜੀ, ਫਿਜ਼ੀਕਲ ਐਕਟੀਵਿਟੀ ਆ, ਉਹ ਜ਼ਰੂਰ ਕਰਨੀ ਚਾਹੀਦੀ ਹੈ। ਬਿਲਕੁਲ ਹਾਂਜੀ। ਤੁਹਾਡਾ ਤੇ ਤੁਸੀਂ ਜਿਹੜਾ ਮੈਂ ਸਟਰਕਚਰ ਵੀ ਘਰ ਦਾ ਦੇਖ ਰਿਹਾ, ਤਕਰੀਬਨ ਇਹ ਜਿਹੜਾ ਮੈਪ ਵਾਲਾ ਸਿਸਟਮ ਆ ਜਾਂ ਜਿਹੜਾ ਇੰਡੀਆ 'ਚ ਆਪਾਂ ਵੱਡੀਆਂ ਕੰਧਾਂ ਡੂਢ ਦੀਆਂ ਕੰਧਾਂ ਕੱਢਣੀਆਂ, ਉਹ ਸਿਸਟਮ ਨਾਲ ਬਣਾਇਆ ਹੈ। ਹਾਂਜੀ। ਕੋਈ ਸਪੈਸ਼ਲ ਨਕਸ਼ਾ ਇੱਦਾਂ ਸੀਗਾ ਜੀ, ਜੇ ਕੰਧਾਂ ਤੁਹਾਡੀਆਂ ਚੌੜੀਆਂ ਇਨਸੂਲੇਸ਼ਨ ਵਿੱਚ ਜ਼ਿਆਦਾ ਆ ਤੇ ਰੂਫ ਦੇ ਉੱਤੇ ਵੀ ਤੁਸੀਂ ਜਿਹੜੀ ਪਲਾਈਵੁੱਡ ਪਾਇਆ ਉਹ ਵੀ એનર્ਜੀ ਸੇਵਰ ਹੈਗੇ ਆ। ਇਹ ਤੁਸੀਂ ਖੁਦ ਜਿਹੜਾ ਸਾਰਾ ਕੁਝ ਕਰ ਸਕਦੇ, ਇਸੇ ਕਰਕੇ ਅਸੀਂ ਆਪ ਬਣਾਇਆ। ਇਹ ਨਹੀਂ ਵੀ ਇਹਦੇ ਤੇ ਪੈਸੇ ਘੱਟ ਲੱਗਦੇ ਆ, ਪਰ ਇੱਕ ਤੇ ਇਹਦੀ ਮਿਆਦ ਬਹੁਤ ਹੋ ਜਾਂਦੀ ਆ, ਇੱਕ ਵੈਦਰ ਇਹਨੂੰ ਫਿਰ ਇਫੈਕਟ ਨਹੀਂ ਕਰਦਾ। ਤੁਸੀਂ ਯਕੀਨ ਮੰਨਿਓ, ਸਾਡੇ ਜਦੋਂ ਪੂਰੀ ਵੀ ਗਰਮੀ ਹੁੰਦੀ ਹੈ, ਕਈ ਵਾਰੀ ਸਾਨੂੰ ਏਸੀ ਚਲਾਉਣ ਦੀ ਲੋੜ ਨਹੀਂ ਪੈਂਦੀ। ਉਹ ਇਨਸੂਲੇਸ਼ਨ ਹੀ ਆ, ਜਿੱਦਾਂ ਆਪਣੇ ਅੱਗੇ ਗਾਰੇ ਦੀ ਚਣਾਈ ਹੁੰਦੀ ਸੀ, ਚੌੜੀਆਂ ਕੰਧਾਂ ਹੁੰਦੀਆਂ ਸੀਗੀਆਂ, ਨਾ ਤਾਂ ਘਰ ਜਿਹੜਾ ਸੀਗਾ ਛੇਤੀ ਤਪਦਾ ਸੀ, ਨਾ ਛੇਤੀ ਸਿਆਲਾਂ ਦੇ ਵਿੱਚ ਠੰਡਾ ਹੁੰਦਾ ਸੀਗਾ। ਤੇ ਉਹ ਕੋਸ਼ਿਸ਼ ਕੀਤੀ ਆ ਵੀ ਜਿਹੜੀਆਂ ਸਾਰੀਆਂ ਕੰਧਾਂ ਇਨਸਾਈਡ ਵੀ ਜਿਹੜੀਆਂ ਆ ਉਹ ਕੰਧਾਂ ਪੂਰੀਆਂ ਚੌੜੀਆਂ ਰੱਖੀਆਂ ਆ। ਸੋ ਇਹ ਵੈਦਰ ਕਰਕੇ ਜ਼ਿਆਦਾ ਆ ਜੀ। ਬਾਕੀ ਮਜ਼ਬੂਤੀ ਤਾਂ ਚਲੋ ਆਪਾਂ ਦੇਖਦੇ ਆ ਵੀ ਹੈਗੀ ਆ। ਤੇ ਇਹਦੇ 'ਚ ਜਿਹੜਾ ਇਹ ਮੈਪ ਹੈ ਤਾਂ ਇੱਥੋਂ ਦਾ ਹੀ ਬਣਾਇਆ ਤੇ ਇੱਥੋਂ ਦੇ ਲੋਕਾਂ ਨੇ ਤਿਆਰ ਕੀਤਾ, ਜਾਂ ਕੋਈ ਮਟੀਰੀਅਲ ਤੁਸੀਂ ਇਹੋ ਜਿਹਾ ਵੀ ਜਿਹੜਾ ਮੰਜੇ ਦਾ ਮੈਂ ਦੇਖ ਰੱਖਿਆ, ਤੁਸੀਂ ਥਾਂ ਥਾਂ ਤੇ ਮੰਜੇ ਖੜੇ ਕਰ ਰੱਖੇ ਆ ਫੀਲਿੰਗ ਲਈ? ਹਾਂਜੀ ਹਾਂਜੀ। ਨਹੀਂ, ਸਮਾਨ ਵੀ ਅਸੀਂ ਆਪਣੀ ਮਰਜ਼ੀ ਨਾਲ ਸਾਰਾ ਲਾਇਆ, ਮੈਪ ਵੀ ਸਾਰਾ ਆਪਣੀ ਮਰਜ਼ੀ ਨਾਲ ਬਣਾਇਆ। ਜਿਹੜਾ ਕਸਟਮ ਹਾਊਸ ਆ, ਇਹ ਤਾਂ ਹੀ ਕਸਟਮ ਹੈ ਵੀ ਜਿਹੜੀ ਹਰ ਇੱਕ ਚੀਜ਼ ਆ ਉਹ ਤੁਹਾਡੀ ਮਰਜ਼ੀ ਨਾਲ ਬਣੀ ਹੋ। ਮਤਲਬ ਪਾਸ ਤਾਂ ਸਿਟੀ ਨੇ ਕਰਨਾ, ਇੰਜੀਨੀਅਰਿੰਗ ਵੀ ਇਹਦੀ ਹੋਣੀ ਆ, ਪਰ ਤੁਸੀਂ ਦੱਸਣਾ ਵੀ ਸਾਨੂੰ ਕਿੱਥੇ ਇਹਦੇ ਵਿੱਚ ਕਿਚਨ ਚਾਹੀਦੀ ਆ, ਕਿੱਡੀ ਵੱਡੀ ਚਾਹੀਦੀ ਆ, ਰੂਮ ਕਿੱਥੇ ਕਿੱਥੇ ਚਾਹੀਦੇ ਆ, ਕਿੱਡੇ ਵੱਡੇ ਚਾਹੀਦੇ ਆ, ਉਹ ਸਾਰਾ ਕੁਝ ਆਪਣੀ ਮਰਜ਼ੀ ਨਾਲ ਤਿਆਰ ਕਰਵਾ। ਜਗ੍ਹਾ ਕਿੰਨੀ ਕਾ? 2.5 ਏਕੜ ਹੈ ਜੀ। 2.5 ਏਕੜ ਦੇ ਵਿੱਚ ਬਣਿਆ ਹੋਇਆ। ਸੋ ਬਹੁਤ ਖੂਬਸੂਰਤ ਘਰ ਤੇ ਖੂਬਸੂਰਤ ਆਪਾਂ ਨਜ਼ਾਰੇ ਲੈਂਦੇ ਆ ਜੀ। ਮਿਹਰਬਾਨੀ ਜੀ। ਤੇ ਲੋਕਾਂ ਨੂੰ ਵੀ ਦਿਖਾਉਣੇ ਆ ਵੀ ਕਿੱਦਾਂ ਰਿਹਾ ਜਾਂਦਾ। ਬਾਈ ਜੀ 27 ਸਾਲ ਥੋੜੇ ਨਹੀਂ ਹੁੰਦੇ। 27 ਸਾਲਾਂ ਦੌਰਾਨ ਜਿਵੇਂ ਆਪਾਂ ਗੱਲ ਕਰ ਰਹੇ, ਖੁਸ਼ੀਆਂ ਗਮੀਆਂ ਆਈਆਂ, ਤੇ ਜਿਹੜਾ ਹਰ ਬੰਦੇ ਨੂੰ ਦੇਖੋ ਸ਼ੌਂਕ ਹੁੰਦਾ ਵੀ ਉਹ ਆਪਦੇ ਚਾਚੇ ਤਾਇਆਂ ਦੇ ਵਿਆਹ ਸ਼ਾਦੀਆਂ ਦੇਖੇ, ਜੰਮੇ ਬੱਚੇ ਨਵੇਂ ਆਉਂਦੇ ਆ, ਉਹਨਾਂ ਨਾਲ ਖੇਡੇ, ਬਜ਼ੁਰਗਾਂ ਨੂੰ ਹੱਥੀਂ ਤੋਰੇ, ਉਹ ਇਹੀਆਂ ਚੀਜ਼ਾਂ। ਇਹ ਸਾਰਾ ਕੁਛ ਕਿਵੇਂ ਹੋਇਆ? ਮੈਨੂੰ ਬੜਾ ਹੈਰਾਨੀ ਹੋ ਰਹੀ ਹੈ। 27 ਸਾਲ ਬਰਾੜ ਸਾਹਿਬ, ਮੈਂ ਕਿਤੇ ਕਿਤੇ ਫੇਸਬੁੱਕ ਤੇ ਝਰੀਟਾਂ ਮਾਰ ਦਿੰਦਾ ਹੁੰਦਾ। ਉਹ ਝਰੀਟਾਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਹਮੇਸ਼ਾ ਜੀ। ਜਿਹੜੀ ਆਪਾਂ ਇੱਥੇ ਲਫ਼ਜ਼ ਚਾਹੇ ਚੌਂਕ ਗਿਆ, ਚਾਹੇ ਪ੍ਰਭਾਵਿਤ ਹੋ ਗਿਆ, ਕੋਈ ਵੀ ਵਰਤ ਲਈਏ, ਜਿਹੜੇ ਵੀਰ ਆਹ ਸਾਰਾ ਕੁਝ ਦੇਖ ਕੇ ਪ੍ਰਭਾਵਿਤ ਹੋ ਰਿਹਾ, ਮਤਲਬ ਉਹਨਾਂ ਲਈ ਮੈਂ ਗੱਲ ਲਿਖਦਾ ਹੁੰਦਾ। ਮੈਂ ਕਿਹਾ ਆਹ ਸ਼ੌਂਕ ਹੀ ਪੂਰੇ ਕੀਤੇ ਆ, ਕੋਈ ਖਤਾ ਨਹੀਂ। ਤੂੰ ਚਿੱਟੇ ਦਿਨਾਂ ਨੂੰ ਦੇਖ ਕੇ ਹੀ ਬਸ ਚੌਂਕ ਗਿਆ, ਮੈਂ ਕਿੰਨੀਆਂ ਰਾਤਾਂ ਜਾਗੀਆਂ ਤੈਨੂੰ ਪਤਾ ਨਹੀਂ। ਸੋ ਰਾਤਾਂ ਉਹ ਨਹੀਂ ਜਿਹੜੀਆਂ ਆਪਾਂ ਸੌਂ ਕੇ ਕੱਢੀ ਦੀਆਂ, ਜਾ ਕੇ ਕੱਢੀਆਂ ਰਾਤਾਂ, ਜਿਹੜੇ ਥੋੜੇ ਕਾਲੇ ਦੌਰ, ਕਾਲੇ ਦਿਨ ਜਿਹੜੇ ਹੁੰਦੇ ਆ ਪਿੱਛੇ,
ਉਹਨਾਂ ਦਿਨਾਂ ਬਾਰੇ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਗੱਲ ਲੈ ਕੇ ਆਉਣੇ, ਕਈ ਵਾਰੀ ਸਾਡੇ ਵੀਰ ਕਹਿਣਗੇ ਸ਼ਾਇਦ ਕੋਈ ਸਿੰਪਤੀ ਭਾਲਦਾ, ਪਰ ਲੰਘ ਗਿਆ ਟਾਈਮ ਮੇਰਾ ਉਹ ਜਿਹੜਾ ਸੀਗਾ। ਅੱਜ ਸਿੰਪਤੀ ਦੀ ਲੋੜ ਵੀ ਹੈ ਨਹੀਂ। ਅੱਜ ਮੈਂ ਤੁਹਾਨੂੰ ਦੱਸਦਾ ਜੀ ਵੀ ਮੈਂ ਜੇ ਕਹੀਏ 27 ਸਾਲਾਂ ਦੇ ਵਿੱਚ ਕੀ ਕੀ ਦੇਖਿਆ। ਫਾਦਰ ਸਾਹਿਬ ਚਲੇ ਗਏ, ਜਾਣ ਲੱਗਿਆਂ ਦਾ ਮੂੰਹ ਨਹੀਂ ਦੇਖਿਆ। ਉਸ ਤੋਂ ਬਾਅਦ ਮਾਤਾ ਚਲ ਗਈ, ਸਭ ਤੋਂ ਬਾਅਦ ਦਾਦੀ ਮਾਤਾ ਚਲ ਗਈ, ਨਾਨੀ ਚਲ ਗਈ, ਮਾਮਾ ਚਲ ਗਿਆ। ਬਹੁਤ ਸਾਰੇ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਸੀਗੇ ਸਕੇ ਜਾਂ ਰਿਸ਼ਤੇਦਾਰ ਸੀ ਉਹ ਛੱਡ ਕੇ ਚਲੇ ਗਏ ਦੁਨੀਆ। ਉਹਨਾਂ ਦੇ ਮੇਰੇ ਤੋਂ ਆਖਰੀ ਵਾਰੀ ਦਰਸ਼ਨ ਨਹੀਂ ਕਰ ਹੋਏ। ਵਿਆਹ ਮੇਰੇ ਖਿਆਲ ਆ ਵੀ 28 29 ਵਿਆਹ ਇਦਾਂ ਦੇ ਸੀਗੇ ਜਿਹੜੇ ਫਸਟ ਕਜ਼ਨ, ਫਸਟ ਸਿਸਟਰ, ਮੇਰੀ ਸਿਸਟਰ, ਮੇਰਾ ਬ੍ਰਦਰ, ਇੱਕ ਵੀ ਮੇਰੇ ਕੋਲੋਂ ਵਿਆਹ ਨਹੀਂ ਦੇਖਿਆ ਗਿਆ ਜੀ। ਇੱਕ ਸਿੰਗਲ ਵਿਆਹ ਵੀ ਕਿਸੇ ਫਸਟ ਕਜ਼ਨ ਸਿਸਟਰ ਦਾ ਵੀ ਦੇਖਿਆ ਹੋਵੇ, ਕਿਸੇ ਫਸਟ ਬ੍ਰਦਰ ਦਾ, ਕਿਸੇ ਦਾ ਵੀ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਮੈਨੂੰ ਕਿਉਂ ਐਂ ਕਰਨਾ ਪਿਆ, ਕਿਉਂਕਿ ਜਿੱਦਾਂ ਹੁਣ ਵੀ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਜ਼ਰੀਏ ਵੀ ਜਿਹੜੇ ਸਾਡੇ ਯੰਗਸਟਰ ਹੈਗੇ ਆ ਪੰਜਾਬ ਦੇ ਵਿੱਚ, ਜਿਨ੍ਹਾਂ ਦਾ ਇਹੀ ਧਿਆਨ ਆ ਵੀ ਆਪਾਂ ਪੜ੍ਹ ਕੇ ਕੀ ਲੈਣਾ, ਆਪਾਂ ਡੌਂਕੀ ਲਾਉਣੀ ਆ, ਕਿਸੇ ਦੇਸ਼ ਜਾ ਵੜਨਾ। ਬਈ ਡੌਂਕੀਆਂ ਲਾ ਕੇ ਇੱਥੇ ਆ ਤਾਂ ਹੋ ਜਾਂਦਾ, ਕਈ ਵਾਰੀ ਫਿਰ ਮੇਰੇ ਵਰਗਾ ਵੀ ਆ ਕੇ ਸੱਚ ਨਹੀਂ ਦੱਸਦਾ ਵੀ ਬੀਤ ਕੀ ਰਹੀ ਆ, ਕਿਉਂਕਿ ਕਈ ਵਾਰੀ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਅਸੀਂ ਉਹ ਸਟੈਪ ਲੈ ਲਿਆ ਹੁੰਦਾ। ਪਰ ਮੇਰਾ ਇਹ ਕਹਿਣਾ ਆ ਵੀ ਜੇ ਤੁਸੀਂ ਪੜ੍ਹਾਈ ਲਿਖਾਈ ਕਰਕੇ ਕਿਸੇ ਚੰਗੇ ਵਧੀਆ ਢੰਗ ਦੇ ਨਾਲ ਇਹਨਾਂ ਕੰਟਰੀਆਂ 'ਚ ਆਉਂਦੇ ਆ, ਸ਼ਾਇਦ ਸਾਡੇ ਵਾਲੇ ਜਿਹੜੇ ਸੰਤਾਪ ਆ ਉਹ ਤੁਹਾਨੂੰ ਨਾ ਭੋਗਣੇ ਪੈਣ। ਔਰ ਜਿਹੜੀਆਂ ਖੁਸ਼ੀਆਂ ਅਸੀਂ ਵੱਡੇ ਘਰ ਬਣਾ ਕੇ ਸਾਰਾ ਕੁਝ ਬਣਾ ਕੇ ਲੱਭ ਰਹੇ ਆ, ਇੱਥੇ ਪੰਜਾਬ ਦੇਖਣ ਦੀ ਕੋਸ਼ਿਸ਼ ਕਰਦੇ ਆ। ਹੋ ਸਕਦਾ ਉਹ ਪੰਜਾਬ ਤੁਸੀਂ ਫਿਰ ਹਰੇਕ ਸਾਲ ਜਾ ਕੇ ਆਪਣੇ ਪਿੰਡ ਦੇਖੋ ਤੇ ਤੁਹਾਡੇ ਪਿੰਡ ਦੇ ਨਾਲ ਜਿੱਦਾਂ ਇੱਕ ਜਿਹੜੀ ਨੇੜਤਾ ਆ ਉਹ ਬਣੀ ਰਹੇ। ਹੁਣ ਸਾਡੀ ਤਾਂ ਨੇੜਤਾ ਹੈਗੀ ਆ, ਪਰ 27 ਸਾਲਾਂ 'ਚ ਤੁਸੀਂ ਦੇਖੋ ਜੀ ਕਿੰਨੇ ਤੁਰ ਗਏ, ਕਿੰਨੇ ਜੰਮ ਕੇ ਜਵਾਨ ਹੋ ਗਏ, ਵਿਆਹੇ ਗਏ। ਉਹਨਾਂ ਨੇ ਤਾਂ ਸਾਨੂੰ ਹੋ ਸਕਦਾ ਗਿਆ ਨੂੰ ਹੁਣ ਪਛਾਣਨਾ ਵੀ ਹੈ ਨਹੀਂ ਗਾ। ਸੋ ਸਾਡਾ ਇੱਕ ਤਰਫਾ ਜਿਹੜਾ ਪਿਆਰ ਉਹ ਪੰਜਾਬ ਨਾਲ ਹੈਗਾ। ਉੱਧਰ ਤਾਂ ਹੁਣ ਜਾ ਕੇ ਦੇਖਾਂਗੇ ਵੀ ਜਦੋਂ ਵੀ ਕਿਤੇ ਗਏ 30 ਸਾਲਾਂ ਬਾਅਦ ਮੋਹਰੋਂ ਰਿਸਪੌਂਸ ਤੁਹਾਨੂੰ ਕਿੱਦਾਂ ਮਿਲਦਾ। ਸੋ ਉਹ ਰਿਸਪੌਂਸ ਲੈਣ ਲਈ ਮੈਂ ਕਹਿੰਦਾ ਵੀ ਵਧੀਆ ਤਰੀਕਾ ਅਪਣਾਓ, ਉਹ ਤਰੀਕਾ ਲੈ ਕੇ ਇੱਥੇ ਆਓ। ਅੱਜ ਵੀ ਡੌਂਕੀਆਂ ਲਾ ਕੇ ਆ ਰਹੇ ਆ। ਉਹ ਜਿਹੜੀ ਮੂਵੀ ਆ ਜੀ, ਮੂਵੀ ਦੇ ਵਿੱਚ ਮੈਂ ਦੇਖਦਾ ਵੀ ਹਜੇ ਬਹੁਤ ਘੱਟ ਦਿਖਾਇਆ ਗਿਆ, ਉਹ ਤੋਂ ਕਿਤੇ ਵੱਧ ਤਸ਼ੱਦਦ ਹੁੰਦਾ ਰਾਹਾਂ ਦੇ ਵਿੱਚ, ਯਾਨੀ ਕਿ ਮਰੇ ਆ ਬੰਦੇ, ਬਹੁਤ ਮਰੇ ਆ ਜੀ। ਜਦੋਂ ਅਸੀਂ ਰਾਹਾਂ ਦੇ ਵਿੱਚ ਵੀ ਸੀਗੇ, ਮੈਂ ਇੱਕ ਆਪਣੇ ਪਹਿਲਾਂ ਲਾਈਵ ਦੇ ਵਿੱਚ ਵੀ ਦੱਸਿਆ ਸੀਗਾ ਵੀ ਬਰਫ਼ ਦੇ ਉੱਤੇ ਦੀ ਲੰਘ ਕੇ ਮੁੰਡੇ ਜਾਂਦੇ ਆ, ਮੋਹਰੇ ਬਰਫ਼ ਦੇ ਉੱਤੇ ਜਿਹੜਾ ਡੌਂਕਰਾ ਸੂਆ ਲੈ ਕੇ ਤੁਰਿਆ ਜਾਂਦਾ, ਉਹ ਬਰਫ਼ ਜਿਹੜੀ ਆ ਉਹ ਕਿਹੜੀ ਆ, ਜਿਹੜਾ ਦਰਿਆ ਜੰਮਿਆ, ਜੰਮਿਓ ਦਰਿਆ ਉੱਤੇ ਲੰਘਦੇ ਆ। ਉਹਦਾ ਡੌਂਕਰ ਦਾ ਦੱਸਿਆ ਹੁੰਦਾ ਵੀ ਮੇਰੇ ਪਿੱਛੇ ਪਿੱਛੇ ਤੁਸੀਂ ਆਉਣਾ, ਵੀ ਜਿਹੜਾ ਕੋਈ ਸੱਜੇ ਖੱਬੇ ਹੋ ਗਿਆ ਮੇਰੀ ਜ਼ਿੰਮੇਵਾਰੀ ਨਹੀਂ। ਕਈ ਵਾਰੀ ਆਪਣੇ ਜਿਹੜੇ ਬੱਚੇ ਆ ਉਹ ਨਾ ਜੰਗ ਬਲੱਡ ਹੁੰਦਾ, ਉਹ ਕਹਿੰਦੇ ਹੁੰਦੇ ਆ ਵੀ ਇਹਦਾ ਕੀ ਆ, ਜੇ ਹੋ ਵੀ ਗਿਆ 2 ਫੁੱਟ ਨੇ ਕਿਹੜਾ ਪਿੱਛੇ ਨੂੰ ਮੁੜ ਕੇ ਦੇਖਣਾ, ਇਹਦਾ ਧਿਆਨ ਤਾਂ ਮੋਹਰੇ ਆ। ਸੋ 2 ਭਰਾ ਸੀਗੇ, ਇੱਕ ਭਰਾ ਡੌਂਕਰ ਦੇ ਮਗਰ ਤੀਜੇ ਚੌਥੇ ਨੰਬਰ ਤੇ ਸੀ, ਇੱਕ ਸੀ ਪਿੱਛੇ 30-35 ਦੀ ਲਾਈਨ ਸੀਗੀ। ਜਿਹੜਾ ਪਿੱਛੇ ਰਹਿ ਗਿਆ, ਜਦੋਂ ਅੱਧ ਵਿੱਚ ਗਿਆ ਉਹਦੇ ਦਿਮਾਗ 'ਚ ਆਏ ਮੇਰਾ ਭਰਾ ਮੂਹਰੇ ਆ, ਜਿੱਦਾਂ ਗੱਲਾਂ ਬਾਤਾਂ ਕਰਨ ਦਾ ਹੁੰਦਾ ਨਾ ਵੀ ਲੰਘ ਚੱਲੇ ਆਪਾਂ, ਵੜ ਚੱਲੇ ਕੰਟਰੀ ਦੇ ਵਿੱਚ ਮੂਹਰੇ। ਹੁਣ ਜਦੋਂ ਉਹ ਸਾਈਡ ਦੇ ਹੋ ਕੇ ਲੰਘਣ ਲੱਗਾ ਜੀ, ਤੇ ਉਹ ਜਿਹੜਾ ਪੋਲਾ ਥਾਂ ਸੀਗਾ ਜਿੱਥੇ ਆਪਾਂ ਕਹਿੰਦੇ ਵੀ ਤਾਂ ਡੁੰਮ ਚੱਲਦਾ ਹੁੰਦਾ, ਉਹ ਪੋਲੇ ਥਾਂ ਦੇ ਵਿੱਚ ਬੰਦਾ ਜਾ ਪਿਆ, ਰੌਲਾ ਪੈ ਗਿਆ। ਉਹਦਾ ਭਰਾ ਇੱਕਦਮ ਜਾਣ ਲੱਗਿਆ, ਡੌਂਕਰ ਕਹਿੰਦਾ ਦੇਖ ਇਹ ਥੱਲੇ ਚੱਲ ਗਿਆ, ਨਿਕਲਣਾ ਸਾਤੋਂ ਇਹ ਵੀ ਹੈ ਨਹੀਂ, ਪਰ ਜੇ ਤੂੰ ਚੱਲ ਗਿਆ ਕੱਢ ਇਹ ਵੀ ਨਹੀਂ ਹੋਣਾ। ਹੁਣ ਦੇਖੋ ਸਕਾ ਭਰਾ ਪਾਣੀ 'ਚ ਤੇ ਦੂਜਾ ਦੂਜੀ ਕੰਟਰੀ 'ਚ ਪਹੁੰਚਿਆ। ਇਹੋ ਜਿਹੀਆਂ ਜਿਹੜੇ ਹੈਪਨ ਜੇ ਆਪਾਂ ਸਾਰੀ ਦਿਹਾੜੀ ਵੀ ਗਿਣੀ ਜਾਈਏ ਸਮਾਂ ਬਹੁਤ ਲੱਗ ਜਾਣਾ, ਅਣਗਿਣਤ ਹੈ ਜੀ। ਸਾਡਾ ਭਾਣਜਾ ਪਿੱਛੇ ਜਿਹਾ ਆਇਆ, ਉਹ ਕਹਿੰਦਾ ਮਾਮਾ ਜੀ ਰਾਹ ਦੇ ਵਿੱਚ ਅਸੀਂ ਪਿੰਜਰਾਂ ਦੇ ਉੱਪਰ ਦੀ ਲੰਘ ਕੇ ਆਏ ਹਾਂ। ਪਿੰਜਰ ਕਿਹਨਾਂ ਦੇ ਸੀਗੇ ਜਿਹੜੇ ਨਹੀਂ ਪਹੁੰਚ ਸਕੇ। ਸੋ ਇਹ ਸੁਨੇਹਾ ਬਹੁਤ ਜ਼ਰੂਰੀ ਆ ਜੀ, ਕੋਸ਼ਿਸ਼ ਕਰੋ ਵੀ ਇਸ ਰਸਤੇ ਰਾਹੀਂ ਨਾ ਆਓ। ਜਿਨ੍ਹਾਂ ਦੀ ਕਿਸੇ ਦੀ ਹੁਣ ਬਿਲਕੁਲ ਮਜਬੂਰੀ ਬਣ ਗਈ, ਉਹ ਵੀ ਕੋਈ ਸੇਫ ਰਸਤਾ ਲੱਭ ਕੇ ਆਉਣ। ਡੌਂਕੀ ਵਾਲਾ ਜਿਹੜਾ ਜੀ ਇਹ ਦੂਜਾ ਜਨਮ ਹੈ। ਜੇ ਤੁਸੀਂ ਇੱਥੇ ਆ ਜਾਂਦੇ ਆ, ਇੱਥੇ ਆ ਕੇ ਜਿਹੜੀ ਸਟਰਗਲ ਤੁਹਾਡੀ ਸ਼ੁਰੂ ਹੁੰਦੀ ਆ, ਉਹਦੇ ਵਿੱਚ ਵੀ ਜਿਹੜੇ ਵੀਰ ਸਾਡੇ ਪਏ ਆ ਉਹਨਾਂ ਸਾਰਿਆਂ ਨੂੰ ਹੀ ਪਤਾ। ਮੈਂ ਦੱਸ ਰਿਹਾ, ਕੁਛ ਵੀਰ ਦੱਸਦੇ ਨਹੀਂ। ਸੋ ਇਹ 'ਚ ਕਦੇ ਸ਼ਰਮ ਨਾ ਮਹਿਸੂਸ ਕਰਿਆ ਕਰੋ। ਜੋ ਵੀ ਬੀਤਿਆ ਉਹ ਤਾਂ ਦੱਸਣਾ ਜ਼ਰੂਰੀ ਆ ਕਿ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹ ਸਿੱਖ ਸਕਣ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਗੱਲ। ਵੈਸੇ ਹੁਣ ਤਕਰੀਬਨ 30 ਸਾਲਾਂ ਬਾਅਦ ਜਾਣ ਨੂੰ ਕਿੰਨਾ ਕੁ ਮਨ ਕਾਹਲਾ ਤੇ ਕਦੋਂ ਕੁ ਪਲਾਨ ਕਰਦੇ ਹੋ? ਜਦੋਂ ਵੀ ਸਿਟੀਜ਼ਨ ਹੋ ਗਿਆ ਜੀ ਉਦੋਂ ਗੇੜਾ ਮਾਰਾਂਗੇ। ਹਾਂਜੀ, ਹਜੇ ਲੱਗਣਗੇ 2-3 ਸਾਲ ਹੋਰ, ਜਿੱਦਾਂ ਗ੍ਰੀਨ ਕਾਰਡ ਆ ਗਿਆ ਮੇਰੇ ਕੋਲ। ਅੱਛਾ, ਤੇ ਹੁਣ ਸਿਟੀਜ਼ਨਸ਼ਿਪ ਲੈ ਕੇ ਜਾਵਾਂਗੇ। ਮਨ ਤਾਂ ਤੁਹਾਨੂੰ ਪਤਾ ਹੀ ਆ ਜੀ, ਉਹ ਤਾਂ ਹੁਣ ਜਿੱਦਾਂ ਕੋਈ ਧੀ ਆਪਣੇ ਪੇਕਿਆਂ ਦੇ ਪਿੰਡ ਨੂੰ ਜਾਣ ਨੂੰ ਹਮੇਸ਼ਾ ਹੀ ਤੱਤਪਾ ਰਹਿੰਦੀ ਆ, ਐਵੇਂ ਉਹ ਆਪਣਾ ਪੇਕਿਆਂ ਦਾ ਪਿੰਡ ਆ। ਸੋ ਦੇਖਾਂਗੇ ਉਹ ਖੂਹ ਖੱਤੇ ਜਾ ਕੇ। ਵੱਖਰੀ ਗੱਲ ਹੈ ਵੀ ਜਿਹੜਾ ਨਕਸ਼ਾ ਦਿਮਾਗ 'ਚ ਬਣਿਆ ਉਹ 30 ਸਾਲ ਪੁਰਾਣਾ ਆ, ਉਹ ਤਾਂ ਹੁਣ ਨਹੀਂ ਲੱਭਣਾ ਜਾ ਕੇ, ਪਰ ਕੁਛ ਨਾ ਕੁਛ ਨਿਸ਼ਾਨੀਆਂ ਜਿਹੜੀਆਂ ਬਚੀਆਂ ਉਹਨਾਂ ਤੇ ਜਾਵਾਂਗੇ। ਬਾਜਾਂ ਵਾਲੇ ਪਾਸਪੋਰਟ ਤੇ ਚੜ੍ਹ ਕੇ ਜਾਣਾ। ਹਾਂਜੀ ਹਾਂਜੀ, ਹੁਣ ਬਾਜਾਂ ਵਾਲਾ ਪਾਸਪੋਰਟ ਲੈ ਕੇ ਜਾਵਾਂਗੇ। ਰਹਿੰਦਾ ਖੁੰਦਾ ਤੁਹਾਡਾ ਆ ਦੋਸਤ ਆ ਜਿਹੜਾ ਬਾਈ ਥਾਂਦੀ ਆ, ਉਹ ਤਾਂ ਇੰਨੇ ਕੁ ਭਾਵੁਕ ਕਰ ਦਿੰਦਾ ਗੱਲਾਂ ਕਰਕੇ ਤੇ ਵੀ ਬੰਦਾ ਸੋਚ ਨਹੀਂ ਸਕਦੇ। ਉਹਦੇ ਗੀਤ ਆ ਜੀ ਦੇਖੋ, ਉਹਦੇ ਗੀਤ ਦਵਾਈ ਵਰਗੇ ਹੁੰਦੇ ਆ। ਇਮੋਸ਼ਨਲ ਹੋਣਾ ਵੀ ਜ਼ਰੂਰੀ ਆ। ਹਾਂਜੀ, ਜਜ਼ਬਾਤੀ ਹੋ ਕੇ ਤੁਸੀਂ ਅੱਖਾਂ ਦੇ ਵਿੱਚੋਂ ਕੌੜਾ ਪਾਣੀ ਵੀ ਕੱਢ ਲੈਣਾ, ਉਹ ਵੀ ਬਹੁਤ ਜ਼ਰੂਰੀ ਆ। ਹਾਂਜੀ, ਤੇ ਉਹਦੇ ਗੀਤ ਤਾਂ ਬਿਲਕੁਲ ਐਂ ਤੁਹਾਨੂੰ ਪੰਜਾਬ ਲੈ ਜਾਂਦੇ। ਮੈਂ ਅੱਗੇ ਕਹਿੰਦਾ ਹੁੰਦਾ ਵੀ ਜਿਹੜੀ ਗਾਇਕੀ ਤੁਹਾਡੀ ਆ, ਅਸਲ ਦੇ ਵਿੱਚ ਇਹ ਲਿਖਣੀ ਤੇ ਗਾਇਕੀ ਚਾਹੀਦੀ ਆ। ਵੀ ਜਿੱਦਾਂ ਉਹ ਕਹਿੰਦਾ ਤੇ ਤੂੰ 5 ਰੂਮਾਂ ਦੇ ਵਿੱਚ ਸਾਡਾ ਇੱਕ ਮੰਜਾ ਨਾਲ ਡਾਹ ਹੋਇਆ, ਇਹ ਵੀ ਕਿੱਡਾ ਵੱਡਾ ਸੁਨੇਹਾ ਹੈ ਇਸ ਜਨਰੇਸ਼ਨ ਵਾਸਤੇ ਵੀ ਕਿੱਦਾਂ ਉਹਨਾਂ ਨੇ ਸਾਨੂੰ ਪਾਲਿਆ। ਜਦ ਅਸੀਂ ਆਪਣੇ ਮਾਂ ਪਿਓ ਨੂੰ ਘਰੋਂ ਕੱਢਦੇ ਹਾਂ, ਸ਼ਾਇਦ ਉਹ ਗੀਤ ਹੀ ਕਈ ਵਾਰੀ ਸਾਨੂੰ ਮੁੜ ਕੇ ਲੈ ਆਵੇ। ਕਿਤੇ ਤੁਹਾਡੇ ਕਰੀ ਨਾ ਉਹ ਚੋਟ ਵੱਜ ਜਾਂਦੀ ਆ ਵੀ ਯਾਰ ਆਹ ਕੰਮ ਤਾਂ ਮੈਂ ਵੀ ਕਰ ਰਿਹਾ, ਇਹ ਗਲਤ ਕਰ ਰਿਹਾ। ਬਿਲਕੁਲ, ਜਿੱਦਾਂ ਉਹਨੇ ਬਾਪੂ ਦੀ ਗੱਲ ਕੀਤੀ ਆ ਹਨਾ, ਤੇ ਉਹ ਬਾਪੂ ਵਾਲਾ ਗੀਤ ਵੀ ਜਿਹੜਾ
ਉਹ ਵੀ ਇੱਕ ਇਹ ਅਹਿਸਾਸ ਕਰਾਉਂਦਾ ਵੀ ਜਿਨ੍ਹਾਂ ਕੋਲ ਹੈਗੇ ਆ ਬਾਪੂ ਬੇਕਰੀ ਘੁੱਟ ਕੇ ਜੱਫੀ ਪਾ ਕੇ ਯਾਰ ਆਈ ਲਵ ਯੂ ਜ਼ਰੂਰ ਕਹਿ ਦਿਓ। ਬਾਕੀ ਬੈਕਯਾਰਡ 'ਚ ਖੇਤੀਆਂ ਕਰਦੇ ਕੀੜੇ ਉਹ ਸਾਰੇ ਰੋਜ਼ ਹੀ ਦੇਖਦੇ ਆ। ਅਸੀਂ ਬੈਕਯਾਰਡ ਵਿੱਚ ਕਰ ਲਈਏ ਖੇਤ ਸ਼ੌਂਕ ਪੂਰੇ ਸ਼ੌਂਕ ਖੇਤੀਆਂ ਵਾਲੇ ਜਾਂ ਹਾਂਜੀ ਜਾਨੀ ਬਿਲਕੁਲ ਵਧੀਆ ਗਾਇਕ ਸਾਡਾ ਵੀਰ ਹੈ ਜੀ, ਸਾਡੇ ਲੋਕਲ ਹੈ ਇੱਥੋਂ ਜੀ। ਸੋ ਬਹੁਤ ਵਧੀਆ ਸਮੇਂ ਦੇ ਉੱਤੇ ਕੋਈ ਗਿਲਾ ਸ਼ਿਕਵਾ ਨਹੀਂ ਜੀ, ਇਹ ਤਾਂ ਬੀਤਦਾ ਰਹਿੰਦਾ। ਇਹੀ ਹੈ ਵੀ ਚਲੋ ਆਉਣ ਵਾਲੀ ਜਨਰੇਸ਼ਨ ਨੂੰ ਜ਼ਰੂਰ ਦੱਸ ਦਈਏ ਵੀ ਜਿਹੜੇ ਰਸਤੇ ਥਣੀ ਆਏ ਆ ਇਹ ਰਸਤਾ ਨਾ ਫੜਿਓ। ਬਾਕੀ ਇੱਥੇ ਹੁਣ ਆ ਵੀ ਇੱਕ ਪਿੰਡ ਬਣ ਗਿਆ ਫਰਿੱਜ ਨੂੰ, 4 ਭਰਾ ਜਾਣਦੇ ਆ, ਪਿਆਰ ਕਰਦੇ ਆ, ਬਹੁਤ ਵਧੀਆ ਵਕਤ ਲੰਘੀ ਜਾਂਦਾ। ਝੋਰਾ ਕਦੇ ਵੀ ਨਹੀਂ ਕਰਨਾ ਚਾਹੀਦਾ ਤੇ ਝੋਰਾ ਹੈ ਵੀ ਕਿਸੇ ਗੱਲ ਦਾ ਨਹੀਂਗਾ। ਬਸ ਇਹੀ ਆ ਜਿਹੜਾ ਕੁਝ ਹੋ ਗਿਆ ਉਹ ਪਿੱਛੇ ਤੁਸੀਂ ਜਾ ਨਹੀਂ ਸਕਦੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਈ ਉਸ ਰਸਤੇ ਦਾ ਹੀ ਨਾ ਲੰਘੇ। ਤਾਂ ਮੈਂ ਤੁਹਾਨੂੰ ਇਹ ਤੁਹਾਡੇ ਮਾਧਿਅਮ ਦੇ ਜ਼ਰੀਏ ਜਿਹੜਾ ਉਹ ਯੰਗਸਟਰਾਂ ਨੂੰ ਸੁਨੇਹਾ ਦੇ ਰਿਹਾ ਵੀ ਜ਼ਰੂਰ ਜਿਹੜਾ ਕੋਈ ਨਾ ਕੋਈ ਆਪਣਾ ਵਧੀਆ ਰਾਹ ਜਿਹੜਾ ਆ ਉਹ ਚੁਣ ਕੇ ਆਓ ਜੀ, ਕੱਚੇ ਤੌਰ 'ਤੇ ਨਾ ਆਓ ਕਦੇ ਵੀ। ਸੋ ਬਹੁਤ ਖੂਬਸੂਰਤ ਸੁਨੇਹਾ ਤੇ ਬਹੁਤ ਹੀ ਭਾਵੁਕ ਜਿਹੜਾ ਮੈਂ ਹੋ ਗਿਆ ਸਾਰੀ ਇਹਨਾਂ ਦੀ ਸਟੋਰੀ ਸੁਣਦੇ। ਤੇ ਮੈਂ ਪਿਛਲੇ ਜਿਹੜੇ 20-25 ਦਿਨਾਂ ਦੇ ਅਮਰੀਕਾ ਟੂਰ ਦੌਰਾਨ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਤੇ ਤੁਹਾਨੂੰ ਹੋਰ ਵੀ ਇੰਟਰਵਿਊਜ਼ ਦੇ ਦਿਖਾਇਆ ਵੀ ਭਾਈ ਕਿਵੇਂ ਜਿਹੜੇ ਇਹ ਮੈਕਸੀਕਨ ਬਾਰਡਰ ਲਾਓ ਜਾਂ ਕਿਸੇ ਵੀ ਗਲਤ ਰਾਹੇ ਜਦੋਂ ਡੋਂਕੀ ਮਾਰ ਕੇ ਆਉਂਦੇ ਆ ਤਾਂ ਉਹਨਾਂ ਨਾਲ ਕਿਵੇਂ ਬੀਤਦੀ ਆ। ਸੋ ਕਹਿੰਦੇ ਨਹੀਂ ਹੁੰਦੇ ਵੀ ਇਕੱਲਾ ਖਾਂਦਿਆਂ ਨੂੰ ਨਾ ਦੇਖੋ। ਤੁਸੀਂ ਅੱਜ ਆ ਜਿਹੜੀਆਂ ਗੁਲਜ਼ਾਰ ਖਿੜੇ ਆ, ਇਹਨਾਂ ਗੁਲਜ਼ਾਰਾਂ ਦੇ ਪਿੱਛੇ ਬਹੁਤ ਸਾਰੇ ਹੰਝੂ ਇਹਨਾਂ ਨੂੰ ਦਿੱਤੇ ਆ ਤੇ ਫਿਰ ਉਹ ਹੰਝੂਆਂ ਨੇ ਤੇ ਪੀੜਾਂ ਨੇ ਇਹ ਗੁਲਜ਼ਾਰ ਆਬਾਦ ਕੀਤੇ ਆ। ਅਸੀਂ ਦੁਆ ਅਰਦਾਸ ਕਰਦੇ ਹਾਂ ਵੀ ਤੁਸੀਂ ਤੁਹਾਡੇ ਘਰ ਘਰ ਇਹ ਜਿਹੇ ਗੁਲਜ਼ਾਰ ਹੋਣ, ਪਰ ਸਾਡਾ ਤਾਂ ਇੱਕੋ ਹੀ ਮਕਸਦ ਆ ਵੀ ਜੇ ਉਹ ਗੁਲਜ਼ਾਰ ਪੜ੍ਹ ਲਿਖ ਕੇ ਥੋੜ੍ਹੇ ਜਿਹੇ ਸਿਖਾਲੇ ਆ ਜਾਂਦੇ ਆ ਤਾਂ ਕਿਉਂ ਨਾ ਉਹ ਵਰਤ ਲਿਆ ਜਾਵੇ। ਜ਼ਰੂਰੀ ਤਾਂ ਨਹੀਂ ਜ਼ਿੰਦਗੀ ਦਾ ਇਮਤਿਹਾਨ ਲੈ ਕੇ ਹੀ ਤੁਸੀਂ ਇਹ ਗੁਲਜ਼ਾਰਾਂ ਨੂੰ ਮਾਣੋ, ਤੇ ਗੁਲਜ਼ਾਰ ਹਰ ਇੱਕ ਦੇ ਹੱਥ ਵੀ ਨਹੀਂ ਆਉਂਦੇ, ਇਹ ਗੱਲ ਮੰਨ ਕੇ ਚੱਲੋ। ਸੋ ਇੰਨੇ ਸ਼ਬਦਾਂ ਨਾਲ ਸਾਨੂੰ ਦਿਓ ਇਜਾਜ਼ਤ। ਮੈਨੂੰ ਤੇ ਮਨਪ੍ਰੀਤ ਸਿੰਘ ਢੀਂਡਸਾ ਕੈਮਰੇ ਤੇ ਕਾਫੀ ਜਦੋਜਹਿਦ ਕਰ ਰਹੇ ਆ ਤੇ ਬਾਈ ਮੁਲਕ ਸਿੰਘ ਹੋਰਾਂ ਤੋਂ ਆਪਾਂ ਇਜਾਜ਼ਤ ਲੈਣਾ। ਅਸੀਂ ਅੱਜ ਗਾਂਹ ਨੂੰ ਤੁਰਨਾ ਤੇ ਮੈਨੂੰ ਵੀ ਹੁਣ ਮਿੱਟੀ ਆਵਾਜ਼ਾਂ ਮਾਰਦੀ ਹੈ ਬਾਈ ਜੀ, ਤੇ ਮੈਂ ਜਾਣਾ 1-2 ਦਿਨਾਂ 'ਚ ਆਸਟ੍ਰੇਲੀਆ ਨੂੰ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਸਮਾਂ ਕੱਢਿਆ। ਇੱਕ ਗੱਲ ਮੈਂ ਲਾਸਟ ਵਿੱਚ ਕਹੂੰਗਾ ਵੀ ਜਿਹੜੀ ਖੁਸ਼ੀ ਆ ਨਾ ਜੀ, ਇਹ ਨਾ ਵੱਡਿਆਂ ਘਰਾਂ ਦੇ ਵਿੱਚ ਆ ਨਾ ਮਹਿੰਗੀਆਂ ਕਾਰਾਂ ਦੇ ਵਿੱਚ ਆ ਜੀ। ਖੁਸ਼ੀ ਤੁਹਾਡੇ ਮਨ ਦੀ ਆ। ਬਿਲਕੁਲ। ਜਦੋਂ ਤੁਹਾਨੂੰ ਹੋਰ ਨਹੀਂ ਕਿਸੇ ਪਾਸਿਓਂ ਲੱਭਦੀ, ਜੇ ਮੈਂ ਆਪਣਾ ਹੀ ਕਹਾਂ ਮੈਨੂੰ ਹੋਰ ਪਾਸਿਓਂ ਨਹੀਂ ਲੱਭੀ, ਮੈਂ ਘਰ ਬਣਾ ਕੇ ਇੰਜੋਏ ਕਰਨ ਦੀ ਟਰਾਈ ਕਰ ਰਿਹਾ। ਜਿਹੜਾ ਵੀ ਸੋਰਸ ਹੈਗਾ ਉਹਦੇ ਵਿੱਚੋਂ ਖੁਸ਼ੀ ਲੱਭੋ। ਇਹ ਨਹੀਂ ਵੀ ਘਰ ਬਣੂਗਾ ਤਾਂ ਫੇਰ ਖੁਸ਼ ਹੋਵਾਂਗੇ। ਅਸੀਂ ਇੱਕ ਬੈਡਰੂਮ ਅਪਾਰਟਮੈਂਟ ਦੇ ਵਿੱਚ 8 ਜਣੇ ਵੀ ਰਹੇ ਆ, ਅਸੀਂ ਉਦੋਂ ਵੀ ਖੁਸ਼ ਹੀ ਰਹੇ ਆ ਜੀ। ਜੇ ਅੱਜ ਗੱਲ ਕਹੀਏ ਵੀ ਆਪਾਂ ਗੰਨਿਆਂ ਜੂਸ ਕੱਢਿਆ, ਸਾਡਾ ਉਦੋਂ ਵੀ ਇਹੀ ਹੁੰਦਾ ਸੀ ਵੀ ਤਾਜ਼ੇ ਫਰੂਟ ਲਿਆਓ, ਜੂਸ ਕੱਢ ਕੇ ਪੀਓ। ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖੋ। ਖਾਣੇ ਦੇ ਨਾਲ ਕਦੇ ਵੀ ਇਹ ਨਾ ਕੰਜੂਸੀ ਨਾ ਕਰੋ ਖਾਣ ਲੱਗੇ। ਕੱਪੜਾ ਮਾੜਾ ਪਾ ਲਓ, ਹੋਰ ਜਿੱਥੇ ਮਰਜ਼ੀ ਸਰਫਾ ਕਰ ਲਓ, ਵਧੀਆ ਖਾਓ, ਹਮੇਸ਼ਾ ਖੁਸ਼ ਰਹੋ। ਕਿਉਂਕਿ ਜਿਹੜੀਆਂ ਉਦੋਂ ਇੱਕ ਰੂਮ ਵਾਲੇ ਅਪਾਰਟਮੈਂਟ ਦੇ ਵਿੱਚ ਜਿਹੜੇ ਸੁੱਖ ਸੀਗੇ ਉਹ ਹੋ ਸਕਦਾ ਅੱਜ ਨਾ ਹੋਣ ਸਮੇਂ ਦੇ ਨਾਲ। ਸੋ ਇਹਦੇ ਨਾਲ ਆ ਵੀ ਜਿਹੜਾ ਵੀ ਪਲ ਮਿਲਦਾ ਉਸੇ ਪਲ ਨੂੰ ਇੰਜੋਏ ਕਰੋ। ਵੱਡੀਆਂ ਖੁਸ਼ੀਆਂ ਲਈ ਜਿਹੜੀਆਂ ਛੋਟੀਆਂ ਖੁਸ਼ੀਆਂ ਆ ਉਹਨਾਂ ਦਾ ਕਤਲ ਕਦੇ ਨਾ ਕਰੋ, ਨਾਲ ਦੀ ਨਾਲ ਉਹਨਾਂ ਨੂੰ ਇੰਜੋਏ ਜ਼ਰੂਰ ਕਰੀ ਜਾਓ। ਫਿਰ ਦੁਬਾਰਾ ਇਹੀ ਆ ਵੀ ਜਦੋਂ ਤੁਸੀਂ ਵਧੀਆ ਢੰਗ ਨਾਲ ਆਉਂਗੇ, ਤੁਹਾਡਾ ਜਿਹੜਾ ਪਲ ਪਾਲਿਆ ਉਹ ਖੁਸ਼ੀਆਂ ਨਾਲ ਬੀਤੂਗਾ। ਅਸੀਂ ਜਿਹੜਾ ਪਹਿਲਾਂ ਕਹਿ ਲਓ ਵੀ ਬਹੁਤ ਜ਼ਿਆਦਾ ਜਿਹੜਾ ਸੰਤਾਪ ਭੋਗਿਆ, ਅੱਜ ਉਹਨੂੰ ਉਹਨਾਂ ਜ਼ਖਮਾਂ ਤੇ ਮਰਮ ਲਾਉਣ ਵਾਸਤੇ ਕੁਛ ਏਦਾਂ ਦਾ ਕਰਕੇ ਬਹਿ ਗਏ ਆ ਵੀ ਚਲੋ ਕੁਛ ਨਾ ਕੁਛ ਚੀਜ਼ ਜ਼ਿੰਦਗੀ ਦੇ ਵਿੱਚ ਜਿਹੜੀ ਆ ਉਹ ਵਧੀਆ ਹੋਵੇ। ਬਾਕੀ ਥੈਂਕ ਯੂ ਤੁਹਾਡਾ ਬਹੁਤ ਤੁਸੀਂ ਚੱਲ ਕੇ ਆਏ ਆ। ਫਿਰ ਦੁਬਾਰਾ ਮਿਹਰਬਾਨੀ ਤੁਹਾਡੇ ਦਰਸ਼ਕਾਂ ਤੇ ਸਰੋਤਿਆਂ ਦੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ।